subscribe our channel and press the bell icon ताकि कोई भी नवी अपडेट तुसी मिस ना करो। ਸਾਂਝਾ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ। ਤੇ ਅੱਜ ਤੁਹਾਨੂੰ ਲੈ ਕੇ ਅਸੀਂ ਪਹੁੰਚੇ ਹਾਂ ਜੀ ਐਬਸਫੋਰਡ ਦੇ ਵਿੱਚ। ਐਬਸਫੋਰਡ ਦੇ ਰੋਟਰੀ ਕਲੱਬ ਦੇ ਵਿੱਚ ਅਸੀਂ ਇੱਥੇ ਲੈ ਕੇ ਪਹੁੰਚੇ ਹਾਂ ਸਟੇਡੀਅਮ 'ਚ, ਕਿਉਂਕਿ ਅਕਸਰ ਅਸੀਂ ਦੇਖਿਆ ਕਰਦੇ ਹਾਂ ਕਿ ਜਦੋਂ ਤੋਂ ਕਿਸਾਨ ਸੰਘਰਸ਼ ਪੰਜਾਬ ਦੇ ਭਾਰਤ ਦੇ ਵਿੱਚ ਚੱਲ ਰਿਹਾ ਹੈਗਾ, ਉਦੋਂ ਤੋਂ ਹੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਹਰ ਦਿਨ ਜਦੋਂ ਤੋਂ ਜਿੰਨੇ ਦਿਨਾਂ ਤੋਂ ਕਿਸਾਨ ਬੈਠੇ ਨੇ ਦਿੱਲੀ ਦੇ ਬਾਰਡਰਾਂ 'ਤੇ, ਉਦੋਂ ਤੋਂ ਹੀ ਇਹਨਾਂ ਮੁਲਕਾਂ ਦੇ ਵਿੱਚ ਵੀ ਬੇਸ਼ੱਕ ਉਹ ਚਿਲਾ ਵਹਿ ਕੇ, ਬੇਸ਼ੱਕ ਉਹ ਐਬਸਫੋਰਡ ਆ, ਸਰੀ ਆ, ਕੋਈ ਵੀ ਲੈਂਗਲੀ ਕੋਈ ਵੀ ਸਿਟੀ ਆ, ਹਰ ਇੱਕ ਇੰਟਰਸੈਕਸ਼ਨ 'ਤੇ ਤੁਹਾਨੂੰ ਕੁਛ ਲੋਕ ਹੱਥਾਂ ਦੇ ਵਿੱਚ ਪ੍ਰੋਟੈਸਟ ਦੇ ਜਿਹੜੇ ਝੰਡੇ ਲੈ ਕੇ ਖੜੇ ਦਿਖਾਈ ਦੇਣਗੇ। ਸੋ ਐਬਸਫੋਰਡ ਦੀ ਕਮਿਊਨਿਟੀ ਨੇ ਵੀ ਬਹੁਤ ਹੀ ਅੱਛਾ ਉਪਰਾਲਾ ਕੀਤਾ। ਤੁਸੀਂ ਸਾਰੇ ਜਾਣਦੇ ਹੋ ਕਿ ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਣਾ, ਉਹਨੂੰ ਲੈ ਕੇ ਇਹਨਾਂ ਮੁਲਕਾਂ 'ਚ ਬੈਠਾ ਹਰ ਇਨਸਾਨ ਚਿੰਤਤ ਆ। ਉੱਠਦਿਆਂ ਦੇ, ਬਹਿੰਦਿਆਂ ਦੇ, ਸੌਂਦਿਆਂ ਦੇ ਸਾਡੇ ਦਿਲਾਂ ਵਿੱਚ ਇੱਕ ਧੜਕੂ ਰਹਿੰਦਾ ਕਿ ਕੀ ਹੋ ਰਿਹਾ ਸਾਡੀ ਧਰਤੀ 'ਤੇ, ਕਿਉਂਕਿ ਅਸੀਂ ਉਸੇ ਧਰਤੀ ਦੇ ਵਿੱਚੋਂ ਜਨਮੇ ਆ, ਉਸੇ ਧਰਤੀ ਦੀ ਮਿੱਟੀ ਦੇ ਵਿੱਚ ਅਸੀਂ ਪਲ ਕੇ ਵੱਡੇ ਹੋਏ ਆ। ਤੇ ਅੱਜ ਜਦੋਂ ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਡੇ ਬੱਚੇ ਬਾਰਡਰਾਂ 'ਤੇ ਬੈਠੇ ਨੇ ਕੜਾਕੇ ਦੀ ਠੰਡ ਵਿੱਚ, ਮੀਂਹ ਵਿੱਚ, ਤੇ ਸੋਚ ਕੇ ਮਨ ਬੇਚੈਨ ਹੋ ਜਾਂਦਾ। ਬੇਸ਼ੱਕ ਅਸੀਂ ਇਹਨਾਂ ਮੁਲਕਾਂ 'ਚ ਬੈਠੇ ਹਾਂ, ਦੂਰ ਬੈਠੇ ਹਾਂ, ਜਾ ਨਹੀਂ ਸਕਦੇ, ਪਰ ਕੋਵਿਡ ਦੀਆਂ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਨੇ, ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਦੀ ਕਮਿਊਨਿਟੀ ਵੀ ਹਮੇਸ਼ਾ ਹੀ ਸਾਥ ਦਿੰਦੀ ਹੈ। ਬੇਸ਼ੱਕ ਪੰਜਾਬ ਦੇ ਵਿੱਚ ਕੋਈ ਵੀ ਹੋਵੇ, ਕਿਤੇ ਕੋਈ ਕੁਦਰਤ ਦੀ ਕਰੋਪੀ ਆਈ ਹੋਵੇ, ਤਾਂ ਵੀ NRI ਖੜ ਜਾਂਦੇ ਨੇ, ਡਟ ਜਾਂਦੇ ਨੇ, ਆਪਣੀ ਧਰਤੀ ਦੇ ਲੋਕਾਂ ਦੇ ਨਾਲ ਖੜ ਜਾਂਦੇ ਨੇ, ਸਿਰ ਢਾਹ ਦਿੰਦੇ ਨੇ। ਮੁਸੀਬਤ ਦੇ ਵਿੱਚ ਵੀ ਉਹਨਾਂ ਦੇ ਕੰਮ ਆਉਂਦੇ ਨੇ, ਦੁੱਖ ਸੁੱਖ ਦੇ ਵਿੱਚ ਹਮੇਸ਼ਾ ਹੀ ਪੰਜਾਬ ਦੇ ਨਾਲ ਸਾਡਾ ਇੱਕ ਬੜਾ ਗੂੜਾ ਨਾਤਾ ਆ। ਸਾਡੀਆਂ ਜੜ੍ਹਾਂ ਉੱਥੇ ਆ, ਇਹਨਾਂ ਮੁਲਕਾਂ 'ਚ ਆ ਗਏ, ਅਸੀਂ ਆਪਣੇ ਘਰ-ਬਾਰ ਇੱਥੇ ਬਣਾ ਲਿਆ, ਸਾਡੇ ਪਰਿਵਾਰ ਇੱਥੇ ਆ, ਪਰ ਸਾਡੀਆਂ ਜੜ੍ਹਾਂ ਹਾਲੇ ਵੀ ਉੱਥੇ ਆ। ਸੋ ਅੱਜ ਜਿਹੜੀ ਇੱਥੇ ਇੱਕ ਕਾਰ ਰੈਲੀ ਕੱਢੀ ਗਈ, ਇਹ ਵੀ ਇੱਕ ਰੋਸ ਦੇ ਵਿੱਚ ਕੱਢੀ ਗਈ। ਇਸ ਕਾਰ ਰੈਲੀ ਦੀ ਇੱਕ ਵੱਖਰੀ ਹੀ ਦਿੱਖ ਦੇਖਣ ਨੂੰ ਮਿਲੀ, ਜਿੱਥੇ ਤੁਹਾਨੂੰ ਹਰਾ ਤੇ ਪੀਲਾ ਰੰਗ ਹੀ ਦਿਸਣ ਨੂੰ ਮਿਲਿਆ। ਹਰੇ ਰੰਗ ਦੀਆਂ ਦਸਤਾਰਾਂ, ਹਰੇ ਰੰਗ ਦੇ ਸਾਫੇ ਤੇ ਹਰੇ ਰੰਗ ਦੇ ਝੰਡੇ ਲਹਿਰਾਉਂਦੇ, ਤੇ ਟਾਵੇਂ-ਟਾਵੇਂ ਪੀਲੇ ਰੰਗ ਦੇ ਝੰਡੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ, ਕੋਈ ਹੋਰ ਨਾਅਰਾ ਨਹੀਂ, ਉਹੀ ਨਾਅਰੇ, ਉਹੀ ਗੱਲ, ਕਿਸਾਨਾਂ ਦੀ ਗੱਲ। ਤੇ ਸ਼ਹਿਰ ਦੀਆਂ, ਕਮਿਊਨਿਟੀ ਦੀਆਂ ਸ਼ਖਸੀਅਤਾਂ ਵੀ ਪਹੁੰਚੀਆਂ। ਬਹੁਤ ਸਾਰੇ ਲੋਕਾਂ ਦਾ ਸਾਥ ਆ। ਤਿੰਨੇ ਗੁਰਦੁਆਰਾ ਸਾਹਿਬ ਜਿਹੜੇ ਐਬਸਫੋਰਡ ਦੇ ਆ, ਤਿੰਨਾਂ ਦੀਆਂ ਕਮੇਟੀਆਂ, ਤਿੰਨਾਂ ਦੇ ਨੁਮਾਇੰਦੇ ਬੜੇ ਵਧੀਆ ਮੈਸੇਜ ਸਟੇਜ ਤੋਂ ਦਿੱਤੇ। ਚੰਗਾ ਲੱਗਦਾ ਜਦੋਂ ਕਮਿਊਨਿਟੀ ਇੱਕ ਪਲੇਟਫਾਰਮ 'ਤੇ ਇਕੱਠੀ ਹੁੰਦੀ ਆ, ਜਦੋਂ ਕਮਿਊਨਿਟੀ ਰਲ ਕੇ ਚੱਲਦੀ ਆ। 70 ਕਿਲੋਮੀਟਰ ਇਹ ਰੈਲੀ ਜਿਹੜੀ ਆ ਵੈਂਕੂਵਰ ਆਰਟ ਗੈਲਰੀ ਤੱਕ ਜਾਣੀ ਆ। ਤੇ ਤੁਸੀਂ ਸਾਰੇ ਜਾਣਦੇ ਹੋ ਵੈਂਕੂਵਰ ਆਰਟ ਗੈਲਰੀ ਦੇ ਵਿੱਚ ਹਮੇਸ਼ਾ ਹੀ ਪ੍ਰੋਟੈਸਟ ਹੁੰਦੇ ਆ। ਕਿਸੇ ਵੀ ਉਹ ਧਰਮ ਦਾ ਹੋਵੇ, ਕੋਈ ਵੀ ਗੱਲ ਹੋਵੇ, ਉਹ ਜਗ੍ਹਾ 'ਤੇ ਲੋਕੀ ਜਾ ਕੇ ਪ੍ਰੋਟੈਸਟ ਕਰਦੇ ਨੇ। ਸੋ ਅੱਜ ਇਹ ਸਾਰੀ ਰੈਲੀ 70 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਵੈਂਕੂਵਰ ਆਰਟ ਗੈਲਰੀ 'ਚ ਜਾ ਰਹੀ ਆ, ਜਿੱਥੇ ਕੋਈ ਗੈਦਰਿੰਗ ਨਹੀਂ ਹੋਵੇਗੀ। ਸਿਰਫ ਉੱਥੇ ਕਾਰਾਂ ਹੌਲੀ ਕਰਕੇ ਉੱਥੋਂ ਦੀ ਲੰਘਣਾ ਆ ਇਹਨਾਂ ਨੇ, ਤੇ ਵਾਹਿਗੁਰੂ ਦਾ ਜਾਪ ਕਰਨਾ, ਤੇ ਅਰਦਾਸਾਂ ਦੇ ਵਿੱਚ
ਆਪਣੇ ਬਜ਼ੁਰਗਾਂ ਨੂੰ, ਆਪਣੀਆਂ ਮਾਵਾਂ ਨੂੰ, ਭੈਣਾਂ ਨੂੰ, ਸਾਡੇ ਬੱਚਿਆਂ ਨੂੰ ਤੇ ਸਾਡੇ ਭਾਰਤ ਨੂੰ, ਸਾਡੇ ਪੰਜਾਬ ਨੂੰ, ਉਹਨਾਂ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਨੀਆਂ। ਸੋ ਤੁਹਾਨੂੰ ਲੈ ਕੇ ਚੱਲਾਂਗੇ ਪੂਰੀ ਰੈਲੀ ਜਿੱਥੋਂ ਸ਼ੁਰੂਆਤ ਹੋਈ ਆ। ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਪਾਸੇ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਆ, ਪੁਲਿਸ ਫੋਰਸ ਆਈ ਹੋਈ ਆ, ਜਿਹੜੇ ਗੱਡੀਆਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਇੱਥੋਂ ਕੱਢ ਰਹੇ ਹੈਗੇ ਆ ਸਟੇਡੀਅਮ ਦੇ ਵਿੱਚੋਂ। ਇੱਥੋਂ ਜਾ ਕੇ ਇੱਕ ਦੂਜੇ ਨੂੰ ਫੋਲੋ ਕੀਤਾ ਜਾ ਰਿਹਾ, ਇੰਸਟਰਕਸ਼ਨ ਦਿੱਤੀਆਂ ਜਾ ਰਹੀਆਂ, ਪਾਣੀ ਦੀਆਂ ਬੋਤਲਾਂ ਦਿੱਤੀਆਂ ਜਾ ਰਹੀਆਂ, ਮਾਸਕ ਦਿੱਤੇ ਜਾ ਰਹੇ ਆ, ਸੈਨੀਟਾਈਜੇਸ਼ਨ ਦਾ ਪੂਰਾ ਪ੍ਰਬੰਧ ਆ। ਇਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਇਸ ਰੈਲੀ ਵਿੱਚ ਲੈ ਕੇ ਚੱਲਾਂਗੇ ਔਰ ਇਹ ਰੈਲੀ 70 ਕਿਲੋਮੀਟਰ ਦਾ ਫਾਸਲਾ ਆ। ਸੋ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਰਸਤੇ ਦੇ ਵਿੱਚ ਵੀ ਤੁਹਾਨੂੰ ਇਸ ਰੈਲੀ ਦਾ ਦ੍ਰਿਸ਼ ਦਿਖਾਈਏ। ਸੋ ਤੁਸੀਂ ਸਾਡਾ ਸਾਥ ਦਿੰਦੇ ਹੋ, ਥੈਂਕ ਯੂ। ਮੈਂ ਬਲਜਿੰਦਰ ਕੌਰ, ਕੈਮਰਾਮੈਨ ਅੰਕਿਤ ਦੇ ਨਾਲ ਫਿਰ ਮਿਲਦੇ ਹਾਂ ਜੀ ਤੁਹਾਨੂੰ ਅੱਗੇ ਜਾ ਕੇ ਰੈਲੀ ਦੇ ਵਿੱਚ। ਇਹ ਜੀ ਸਾਰੇ ਜਿਹੜੇ ਆਪਣੇ ਫਾਰਮਰਸ ਨੇ ਐਵਰਸਪੋਰਟ ਦੇ, ਤੇ ਰਲ ਮਿਲ ਕੇ ਨੌਜਵਾਨਾਂ ਨੇ ਇਹ ਉਪਰਾਲਾ ਕੀਤਾ ਤੇ ਮੈਂ ਇਸ ਦੀ ਸਾਰੀ ਆਰਗੇਨਾਈਜ਼ ਮੇਰੀ ਜ਼ਿੰਮੇਵਾਰੀ ਲਾਤੀ ਸੀ। ਇਹਨਾਂ ਨੇ ਕਹਿੰਦੇ ਵੀ ਤੂੰ ਥੋੜ੍ਹਾ ਜਿਹਾ ਹੈਗਾ ਭਈ ਟਾਈਮ ਕੱਢ ਸਕਦੇ ਆ, ਤਾਂ ਇਸ ਕਰਕੇ ਜੀ ਫਿਰ ਮੈਂ ਇਹ ਆਰਗੇਨਾਈਜ਼ ਕੀਤੀ ਇਹ ਰੈਲੀ। ਇਹ ਹੈ ਸਾਰੇ ਜਿਹੜੇ ਵੀ ਭਾਰਤ ਦੇ ਵਿੱਚ ਕਿਸਾਨ ਨੇ ਬੈਠੇ ਨੇ, ਇੰਡੀਅਨ ਗੌਰਮੈਂਟ ਦੇ 3 ਕਾਲੇ ਕਾਨੂੰਨ ਬਣਾਏ ਨੇ, ਇਹ ਉਹਨਾਂ ਦੇ ਅਗੇਂਸਟ ਰੈਲੀ ਆ। ਤੇ ਅਸੀਂ ਭਾਰਤ ਦੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਪਲੀਜ਼ ਇਸ ਦਾ ਕੋਈ ਹੱਲ ਕੀਤਾ ਜਾਵੇ। ਕਿ ਸਾਡੇ ਕੋਲ ਭਾਵੇਂ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਹਾਂ, ਸਾਡੇ ਤੋਂ ਦੁੱਖ ਝੱਲਿਆ ਨਹੀਂ ਜਾਂਦਾ। ਸਾਡੇ ਘਰਾਂ ਦੇ ਵਿੱਚ ਟੀਵੀ ਤੇ ਸੋਸ਼ਲ ਮੀਡੀਆ ਤੇ ਸਾਰਾ ਕੁਝ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਟਰਾਲੀਆਂ ਥੱਲੇ ਕਿਸਾਨ ਸੁੱਤੇ ਪਏ ਨੇ। ਜਿਹੜਾ ਦੁਨੀਆ ਦਾ ਢਿੱਡ ਭਰਦਾ ਦਾਤਾ ਉਸ ਨੂੰ ਕਿਹਾ ਜਾਂਦਾ, ਉਹਦਾ ਅੱਜ ਇਹ ਹਾਲਾਤ ਨੇ। ਸੋ ਅਸੀਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਵੀ ਬੇਨਤੀ ਕਰਦੇ ਹਾਂ ਕਿ ਪਲੀਜ਼ ਕੋਈ ਨਾ ਕੋਈ ਇਸ ਤਰ੍ਹਾਂ ਦਾ ਲੈਟਰ ਇੱਥੋਂ ਪਾਇਆ ਜਾਵੇ ਨਰਿੰਦਰ ਮੋਦੀ ਦੀ ਗਵਰਨਮੈਂਟ ਨੂੰ, ਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਇਸ ਦਾ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾਵੇ। ਸੋਨੀ ਜੀ, ਸਰਕਾਰਾਂ ਤੇ ਮੀਟਿੰਗਾਂ 10 ਕਰ ਚੁੱਕੀਆਂ ਆ। ਉਹਨਾਂ ਨੇ ਤੇ ਕਿਹਾ ਕਿ 1.5 ਸਾਲ ਅਸੀਂ ਦਿੰਨੇ ਆ ਤੁਹਾਨੂੰ, 1.5 ਸਾਲ ਤੱਕ ਰੱਦ ਕੀਤੇ ਜਾਣਗੇ, ਮੀਟਿੰਗ ਬਣਾ ਦਿੱਤੀ ਜਾਊਗੀ, ਪਰ ਕਿਸਾਨ ਆਗੂ ਇਹਨੂੰ ਮੰਨਣ ਲਈ ਤਿਆਰ ਨਹੀਂ ਗੇ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਮੈਂ ਇਹ ਕਹਿੰਦਾ ਕਿਉਂਕਿ ਜਦੋਂ ਕਿਸੇ ਨੂੰ ਅਸੀਂ ਚੀਜ਼ ਦਈਏ ਵੀ ਆਹ ਚੀਜ਼ ਲੈ ਲਾ, ਅਗਲਾ ਕਹਿੰਦਾ ਜੇ ਮੈਨੂੰ ਲੋੜ ਨਹੀਂ ਹੈਗੀ। ਉਹ ਧੱਕੇ ਨਾਲ ਕਿਸੇ ਨੂੰ ਕੋਈ ਚੀਜ਼ ਦੇਣੀ ਉਹ ਠੀਕ ਨਹੀਂ ਹੈਗੀ। ਇਹ ਤਾਂ ਉਹ ਗੱਲ ਹੋਈ ਕਿ ਤੁਹਾਡੀ ਗਾਰਡਨ ਦੇ ਵਿੱਚ ਜਾਂ ਪਿੱਛੇ ਬੈਕਯਾਰਡ 'ਚ ਕੋਈ ਚੋਰੀ ਕਰਨ ਆਵੇ, ਸੀਸੀਟੀ ਕੈਮਰਿਆਂ ਦੇ ਵਿੱਚ ਦੇਖਿਆ ਜਾਵੇ, ਫੜਿਆ ਜਾਵੇ, ਤੇ ਉਹ ਚੋਰ ਕਵੇ ਨਹੀਂ ਮੈਂ ਤੁਹਾਡੀ ਗਾਰਡਨ ਗੁੱਡਣ ਆਇਆ ਸੀਗਾ। ਇਹ ਭਾਰਤ ਦੀ ਸਰਕਾਰ ਦਾ ਹਾਲ ਇਹ ਆ, ਇਹਦੀ ਚੋਰੀ ਫੜੀ ਗਈ ਆ ਤੇ ਹੁਣ ਇਹਨਾਂ ਨੂੰ ਬਚਾਅ ਦਾ ਕੋਈ ਦਿਸ ਨਹੀਂ ਰਿਹਾ ਵੀ ਅਸੀਂ ਕਰੀਏ ਕੀ ਹੁਣ। ਜੀ, ਤੁਸੀਂ ਅੱਜ 23 ਤਰੀਕ ਨੂੰ ਰੈਲੀ ਰੱਖੀ ਹੈ ਤੇ ਇੱਕ ਬਹੁਤ ਵੱਡੀ ਰੈਲੀ ਜਿਹੜੀ ਉੱਥੇ 26 ਤਰੀਕ ਨੂੰ ਭਾਰਤ ਦੇ ਵਿੱਚ ਕੱਢੀ ਜਾਣੀ ਆ, ਜਿਹੜੇ ਦਿੱਲੀ ਦੇ ਬਾਰਡਰਾਂ ਤੇ ਸਾਡੇ ਕਿਸਾਨ ਬੈਠੇ ਆ। ਸੋ ਕੀ ਮੈਸੇਜ ਹੈ ਉਹਨਾਂ ਕਿਸਾਨਾਂ ਦੇ ਲਈ ਤੁਹਾਡੇ ਵੱਲੋਂ? ਮੇਰੇ ਲਈ ਮੈਸੇਜ ਇਹ, ਮੈਂ ਮੈਸੇਜ ਦੇਣ ਦੇ ਯੋਗਤਾ ਨਹੀਂ ਹੈਗਾ, ਪਰ ਜੋ ਮੇਰੀ ਸੋਚ, ਜੋ ਮੈਂ ਸੋਚਦਾ ਉਹ ਮੈਂ ਕਹਿ ਸਕਦਾ ਕਿ ਇਹ ਜਿਹੜੀ ਅੱਜ ਦੀ 23 ਤਰੀਕ ਦੀ ਰੈਲੀ ਅਸੀਂ ਵੈਨਕੂਵਰ ਦੇ ਵਿੱਚ ਕੱਢ ਰਹੇ ਹਾਂ ਐਵਰਸਪੋਰਟ ਤੋਂ, ਇਹ ਉਹਨਾਂ ਦੀ ਸਪੋਰਟ ਵਾਸਤੇ ਕੱਢ ਰਹੇ ਹਾਂ ਕਿ ਜੇ 26 ਤਰੀਕ ਨੂੰ ਕੋਈ ਵਾਧਾ ਘਾਟਾ ਹੁੰਦਾ, ਗਵਰਨਮੈਂਟ ਕੋਈ ਇਸ ਤਰ੍ਹਾਂ ਦੀ ਕੋਈ ਲਾਠੀ ਚਾਰਜ ਕਰਦੇ ਨੇ ਜਾਂ ਕਿਸਾਨਾਂ ਦੀ ਕੁੱਟਮਾਰ ਕਰਦੇ ਨੇ, ਅਸੀਂ ਉਹਦੇ ਬਿਲਕੁਲ ਖਿਲਾਫ ਹਾਂ। ਇਹ ਸਾਰੀ ਦੁਨੀਆ ਦੇ ਉੱਤੇ ਕੋਈ ਵੀ ਪੀਸਫੁਲੀ ਪ੍ਰੋਟੈਸਟ ਕਰ ਸਕਦਾ। ਸੋ ਇਸ ਕਰਕੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਨਿਕਲੇ ਹਾਂ ਕਿ ਭਾਈ ਜੇ 26 ਤਰੀਕ ਨੂੰ ਕਿਸਾਨਾਂ ਨੂੰ ਕੁਝ ਹੋ ਗਿਆ, ਉਹਦੀ ਜ਼ਿੰਮੇਵਾਰ ਭਾਰਤ ਦੀ ਸਰਕਾਰ ਹੋਊਗੀ ਜੀ। ਅੱਜ ਦੀ ਰੈਲੀ ਦੇ ਵਿੱਚ ਤੁਹਾਡੀਆਂ ਗਾਈਡਲਾਈਨਸ ਬੜੀਆਂ ਸਟ੍ਰਿਕਟ ਹੈਗੀਆਂ ਕਿ ਕੋਈ ਗੱਡੀ ਦੇ ਵਿੱਚੋਂ ਹੱਥ ਬਾਹਰ ਨਹੀਂ ਕੱਢ ਸਕਦਾ, ਸਨਰੂਫ ਵਿੱਚ ਦੀ ਬਾਹਰ ਨਹੀਂ ਜਾ ਸਕਦਾ, ਕਿ ਇਹ ਤੁਸੀਂ ਜਿਹੜੇ ਮੈਸੇਜ ਦਿੱਤੇ ਹੈਗੇ ਆ, ਇਸ ਦੇ ਬਾਵਜੂਦ ਵੀ ਕਾਫੀ ਲੋਕ ਅੱਜ ਇੱਥੇ ਪਹੁੰਚੇ ਹੈਗੇ ਆ। ਸੋ ਇਹਦੇ ਵਿੱਚ ਗੁਰਦੁਆਰਿਆਂ ਦੀਆਂ ਕਮੇਟੀਆਂ ਵੀ ਇਨਵੋਲਵ ਹੈਗੀਆਂ ਆ। ਸੋ ਪਿਛਲੀਆਂ ਕੁਝ ਰੈਲੀਆਂ ਦੇ ਵਿੱਚ ਕੁਝ ਇਸ਼ੂ ਉੱਠੇ ਸੀ ਕਿ ਟ੍ਰੈਫਿਕ ਹੋ ਗਿਆ ਸੀ, ਲੋਕਾਂ ਨੇ ਕਾਨੂੰਨ ਨੂੰ ਫੋਲੋ ਨਹੀਂ ਕੀਤਾ। ਸੋ ਇਹ ਗਾਈਡਲਾਈਨ ਸਾਰੀਆਂ ਤੁਹਾਡੇ ਵੱਲੋਂ ਦਿੱਤੀਆਂ ਗਈਆਂ, ਲੋਕਾਂ ਨੂੰ ਦੇ ਰਹੇ ਆ? ਹਾਂਜੀ ਬਿਲਕੁਲ ਜੀ, ਸਾਰੇ ਮੇਰੇ ਖਿਆਲ ਸਿਆਣੇ ਨੇ, ਸਾਰੇ ਸੂਝਵਾਨ ਨੇ, ਪੜ੍ਹੇ ਲਿਖੇ ਨੇ, ਔਰ ਸਾਨੂੰ ਬਹੁਤਾ ਕਹਿਣ ਦੀ ਲੋੜ ਨਹੀਂ ਪੈ ਰਹੀ। ਇੱਕ ਵਾਰੀ ਜਿਹੜਾ ਪਹਿਲਾਂ ਅਨਾਉਂਸ ਕਰਤਾ ਉਹਦੇ ਨਾਲ ਹੀ ਲੋਕਾਂ ਨੇ ਆਪਣਾ ਸਾਰੇ, ਤੁਸੀਂ ਦੇਖੋ ਮਾਸਕ ਲਾ ਕੇ ਆਪਣੀਆਂ ਗੱਡੀਆਂ ਦੇ ਮੋਹਰੇ ਖੜੇ ਨੇ, ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ। ਤੇ ਮੈਂ ਸਾਰੇ ਤਿੰਨੇ ਗੁਰਦੁਆਰਾ ਸਾਹਿਬਾਨ, ਬਾਬਾ ਬੰਦਾ ਸਿੰਘ ਬਹਾਦਰ, ਕਲਗੀਧਰ ਦਰਬਾਰ ਤੇ ਦੀਵਾਨ ਸੁਸਾਇਟੀ ਦਾ ਤੇ ਪੰਜਾਬੀ ਸਾਹਿਤ ਸਭਾ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਨੂੰ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਚੱਕ ਲਈ ਜੀ। ਇਹ ਰੈਲੀ ਇੱਥੋਂ ਸ਼ੁਰੂ ਹੋ ਕੇ ਰੋਟਰੀ ਕਲੱਬ ਤੋਂ ਕਿੱਥੇ ਤੱਕ ਜਾ ਰਹੀ ਹੈਗੀ ਹੈ? ਕਿੰਨੇ ਮਾਈਲਸ, ਕਿੰਨੀ ਲੰਬੀ ਇਹ ਰੈਲੀ ਹੈਗੀ? ਇਹ ਮੇਰਾ ਖਿਆਲ ਹੈ ਦਿਸ ਇਜ਼ ਦ ਲੌਂਗੈਸਟ ਰੈਲੀ ਇਨ ਕੈਨੇਡਾ ਫॉर ਫਾਰਮਰ ਪ੍ਰੋਟੈਸਟ। ਇਹ ਇੱਥੋਂ 70 ਕਿਲੋਮੀਟਰ ਜਾਣੀ ਡਾਊਨਟਾਊਨ ਵੈਨਕੂਵਰ 'ਚ। ਡਾਊਨਟਾਊਨ ਵੈਨਕੂਵਰ ਜਾਣ ਦਾ ਕਾਰਨ ਇਹ ਸੀਗਾ ਕਿ ਜਿਹੜੀ ਆਰਟ ਗੈਲਰੀ ਆ ਉਹ ਕੈਨੇਡਾ ਦੇ ਵਿੱਚ ਇੱਕ ਇਸ ਪ੍ਰੋਟੈਸਟ ਦੇ ਕਰਕੇ ਜਾਣੀ ਜਾਂਦੀ ਆ ਕਿ ਜਿੰਨੇ ਵੀ ਹੋਰ ਕਮਿਊਨਿਟੀਜ਼ ਨੇ, ਜਾਪਾਨੀ ਨੇ, ਚਾਈਨੀਜ਼ ਲੋਕ ਨੇ, ਤਾਂ ਉਹ ਸਾਰੇ ਉੱਥੇ ਜਾ ਕੇ ਪ੍ਰੋਟੈਸਟ ਕਰਦੇ ਨੇ। ਉਹ ਪ੍ਰੋਟੈਸਟ ਕਰਕੇ ਉਸ ਨੂੰ ਕਾਫੀ ਲੋਕ ਜਾਣਦੇ ਨੇ, ਪਰ ਉੱਥੇ ਅਸੀਂ ਇਕੱਠ ਤਾਂ ਨਹੀਂ ਕਰ ਸਕਦੇ। ਉੱਥੇ ਜਾਣ ਦਾ ਮਕਸਦ ਇਹ ਆ ਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ ਜਾਂ ਨੈਸ਼ਨਲ ਮੀਡੀਆ ਕੈਨੇਡਾ ਦਾ, ਉਹਨੂੰ ਥੋੜ੍ਹਾ ਬਹੁਤਾ ਪਤਾ ਲੱਗ ਸਕੇ ਕਿ ਇੱਕ ਕਮਿਊਨਿਟੀ ਬਹੁਤ ਦੁਖੀ ਆ ਤੇ ਉਸ ਦੀ ਕਵਰੇਜ ਕੀਤੀ ਜਾਵੇ। ਰਣਜੀਤ ਸਿੰਘ ਜੀ, ਬਹੁਤ ਲੰਬੇ ਸਮੇਂ ਤੋਂ ਮੈਂ ਦੇਖ ਰਹੀ ਹਾਂ, ਜਦੋਂ ਤੋਂ ਕਿਸਾਨ ਪ੍ਰੋਟੈਸਟ ਤੇ ਬੈਠੇ ਨੇ ਦਿੱਲੀ ਦੇ ਬਾਰਡਰਾਂ ਤੇ ਤੁਸੀਂ ਉਦੋਂ ਤੋਂ ਹੀ
ਵੱਖ-ਵੱਖ ਜਗ੍ਹਾ ਤੇ ਜਾ ਕੇ ਇੱਥੇ ਵੀ ਤੁਸੀਂ ਪ੍ਰੋਟੈਸਟ ਕਰ ਰਹੇ ਹੋ। ਪਰ ਹੁਣ 10 ਮੀਟਿੰਗਸ ਹੋ ਚੁੱਕੀਆਂ ਜੀ। ਸਰਕਾਰ ਵੱਲੋਂ ਇੱਕ ਲੋਲੀਪੌਪ ਹੀ ਦਿੱਤਾ ਜਾ ਰਿਹਾ ਕਿ 1.5 ਸਾਲ ਦੇ ਲਈ ਕਮੇਟੀ ਬਣਾ ਦਿੱਤੀ ਜਾਊਗੀ, 1.5 ਸਾਲ ਦੇ ਲਈ ਰੱਦ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਕਮੇਟੀ ਇਸ ਦਾ ਕੋਈ ਫੈਸਲਾ ਕਰੂਗੀ। ਔਰ ਪਰ ਕਿਸਾਨ ਕਹਿੰਦੇ ਕਿ ਨਹੀਂ, ਅਸੀਂ ਬਿੱਲ ਰੱਦ ਕਰਾ ਕੇ ਹੀ ਜਾਣਾ। ਸੋ ਤੁਸੀਂ ਇਹਦੇ ਬਾਰੇ ਪਹਿਲਾਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਸਰਕਾਰ ਦਾ ਜਿਹੜਾ ਵਤੀਰਾ ਠੀਕ ਨਹੀਂ, ਅੜੀਅਲ ਵਤੀਰਾ ਹੈ। ਹੁਣ ਤੇ ਜਿਹੜੇ ਉਹਨਾਂ ਦੇ ਈਵਨ ਜਿਹੜੇ ਰਿਟਾਇਰ ਰਾਹ ਦੇ ਬੰਦੇ ਨੇ, ਉਹਨਾਂ ਨੇ ਬੜਾ ਸਪਸ਼ਟ ਦੱਸ ਦਿੱਤਾ ਹੈ ਵੀ ਇਹ ਦੱਬੇ ਨਹੀਂ ਜਾਣੇ। ਖਾਸ ਕਰਕੇ ਪੰਜਾਬ ਤੇ ਬਿਲਕੁਲ ਨਹੀਂ ਦੱਬਿਆ ਜਾਊਗਾ। ਤੇ ਅੱਜ ਹਰਿਆਣਾ, ਰਾਜਸਥਾਨ ਸਾਡੀਆਂ ਬਾਹਾਂ ਬਣ ਗਈਆਂ। ਹੁਣ ਤੇ ਕੋਈ ਇਹੋ ਜਿਹੀ ਗੱਲ ਨਹੀਂ, ਉਹਨਾਂ ਨੂੰ ਭੁਲੇਖਾ ਹੈ। ਪਰ ਜਦੋਂ ਵੀ ਕਿਤੇ ਪੰਜਾਬ ਦੇ ਕਿਸਾਨਾਂ ਨੇ ਮੂਵਮੈਂਟ ਦਾ ਨੂੰ ਚੱਕਿਆ ਤੇ ਉਹ ਜਿੱਤੀ, ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਸੋ ਇਸ ਵੇਲੇ ਕੱਲਾ ਇਹ ਮਸਲਾ ਹੁਣ ਕਿਸਾਨੀ ਦਾ ਰਹਿ ਨਹੀਂ ਗਿਆ। ਪੰਜਾਬ, ਇੰਡੀਆ, ਭਾਰਤ ਦੇ ਹਰ ਬੱਚੇ ਦਾ ਇਸ਼ੂ ਬਣ ਗਿਆ ਇਸ ਵੇਲੇ, ਕਿਉਂਕਿ ਹਰ ਸਵੇਰੇ ਉੱਠ ਕੇ ਜਿਹੜਾ ਟੋਸਟ ਮੂੰਹ 'ਚ ਪਾਉਂਦੇ ਆ, ਇਹ ਇਹਨਾਂ ਫਾਰਮਰਸ ਦੀ ਸਾਨੂੰ ਦੇਣ ਆ। ਤੇ ਅੱਜ ਹਰ ਬੰਦੇ ਨੂੰ ਲੋੜ ਆ। ਔਰ ਸਾਰੇ ਲੋਕ ਨੂੰ ਪਤਾ ਕਿ ਮੋਦੀ ਦੀਆਂ ਜਿਹੜੀਆਂ ਪਾਲਿਸੀਆਂ ਸਾਰਾ ਕੁਝ ਵੇਚ ਵੱਟ ਦਿੱਤਾ ਗਿਆ। ਇੱਕ ਇਹੀ ਲਾਸਟ ਆ, ਜੇ ਅਸੀਂ ਇਹ ਵੀ ਗਵਾ ਲਿਆ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਅਬਾਨੀਆਂ ਅਡਾਨੀਆਂ ਦੇ ਭਾਂਡੇ ਮਾਂਜਣ ਜੋਗੇ ਅਸੀਂ ਰਹਿ ਜਾਵਾਂਗੇ। ਕਿਸਾਨ ਤੇ ਫਿਰ ਵੀ ਸਰਵਾਈਵ ਕਰ ਜੂਗਾ, ਪਰ ਜਿਹੜੇ ਆਮ ਲੋਕ ਨੇ ਉਹ ਮਹਿੰਗਾਈ ਦਾ ਫੇਸ ਨਹੀਂ ਕਰ ਸਕਣਗੇ। ਸੋ ਅਸੀਂ ਇਹ ਬੇਨਤੀ ਵੀ ਕਰਦੇ ਹਾਂ, ਜਿਹੜੇ ਲੋਕ ਅਜੇ ਵੀ ਘਰਾਂ 'ਚ ਬੈਠੇ ਨੇ, ਕਿ ਕਮ ਔਨ ਦਾ ਸਟਰੀਟ ਤੇ ਜਿੱਤ ਪ੍ਰਾਪਤ ਹੋਣੀ ਆ। ਇਹ ਕੋਈ ਦੁਨੀਆ ਦੀ ਤਾਕਤ ਨਹੀਂ ਇਸ ਵੇਲੇ ਕਿ ਇਹ ਜਿਹੜਾ ਰੀਅਲ ਸੇਂਟ ਆ ਸਾਡਾ ਫਾਰਮਰਸ, ਇਹਨੂੰ ਰੋਕ ਸਕਦੇ ਜੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਮੋਰਚੇ ਦੀ, ਸ਼ਾਂਤਮਈ ਮੋਰਚੇ ਦੇ ਵਿੱਚ ਕਈ ਕੁਝੀਆਂ ਸ਼ਰਾਰਤਾਂ ਕੀਤੀਆਂ ਗਈਆਂ, ਕਈ ਇਹੋ ਜਿਹੇ ਅਨਸਰ ਵਿੱਚ ਗਏ ਜਿਨ੍ਹਾਂ ਨੇ ਕਿਤੇ ਨਾ ਕਿਤੇ ਮੋਰਚੇ ਨੂੰ ਭੰਗ ਕਰਨ ਦੀ, ਤੋੜਨ ਦੀ ਗੱਲ ਕੀਤੀ, ਕੋਸ਼ਿਸ਼ ਵੀ ਕੀਤੀ, ਫੜੇ ਵੀ ਗਏ। ਉਹਨਾਂ ਬਾਰੇ ਕੀ ਕਹੋਗੇ? ਦੇਖੋ, ਇਹ ਸਰਕਾਰ ਹਮੇਸ਼ਾ, ਜਦੋਂ 1982-83 ਦੇ ਵਿੱਚ ਮੋਰਚਾ, ਇਹੀ ਮੋਰਚਾ ਸੀ, ਉਹਨੂੰ ਬੜੀ ਗਲਤ ਰੰਗਤ ਦਿੱਤੀ ਗਈ। ਥੋੜੀ ਜੀ ਸਾਡੇ ਲੀਡਰਾਂ ਦੀ ਵੀ ਉਸ ਵੇਲੇ ਜਿਹੜੀ ਸੀਗੀ, ਉਹਨਾਂ ਦੀ ਆਪਸ ਜਿਹੜੇ ਮਤਭੇਦ ਸੀਗੇ, ਉਹਨਾਂ ਕਰਕੇ ਇਹ ਮੋਰਚਾ ਨਾ ਕਿਸੇ ਸਿਰ ਲੱਗਾ, ਇਹਨੂੰ ਹੋਰ ਰੂਪ ਦੇ ਦਿੱਤਾ ਗਿਆ। ਪਰ ਇਸ ਵੇਲੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਫੇਲ ਹੋ ਚੁੱਕੀਆਂ। ਤੇ ਹਾਂ, ਕੁਝੀਆਂ ਹਰਕਤਾਂ ਤੁਹਾਨੂੰ ਪਤਾ, ਜਦੋਂ ਐਡੀ ਵੱਡੀ ਮੂਵਮੈਂਟ ਹੈ, ਪਰ ਸਭ ਦੁਨੀਆ ਦਾ ਸਭ ਤੋਂ ਪੀਸਫੁਲ ਤੇ ਐਡੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਾਡਾ ਸਿਬਰ ਬਹੁਤ ਆ। ਪਰ ਇਹਨੂੰ ਹੁਣ ਪਰਖੋ ਨਾ ਜ਼ਿਆਦਾ। ਕਿਸਾਨਾਂ ਦੀ ਗੱਲ ਮੰਨ ਕੇ ਸਰਕਾਰ ਨੂੰ ਜਿਹੜਾ ਇਹ ਵਾਪਸ ਲੈ ਲੈਣੇ ਚਾਹੀਦੇ ਆ। ਇਹ ਕੋਈ ਹਰਕਤ ਨਹੀਂ ਚੱਲਣੀ, ਕਿਉਂਕਿ ਇਸ ਵੇਲੇ ਇਸ ਮੋਰਚੇ ਦੀ ਅਗਵਾਈ ਅਕਾਲ ਪੁਰਖ ਕਰ ਰਿਹਾ ਜੀ। ਤੇ 26 ਤਰੀਕ ਨੂੰ, ਜਿਹੜਾ 26 ਜਨਵਰੀ ਨੂੰ ਬਹੁਤ ਵੱਡਾ ਟਰੈਕਟਰ ਮਾਰਚ ਜਿਹੜਾ ਕਿਸਾਨਾਂ ਵੱਲੋਂ ਇੱਕ ਕੀਤਾ ਜਾ ਰਿਹਾ ਹੈਗਾ ਦਿੱਲੀ ਦੇ ਵਿੱਚ, ਉਹਦੇ ਲਈ ਕੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ? ਕਿਉਂਕਿ ਤੁਸੀਂ ਬੜੇ ਕਮਿਊਨਿਟੀ ਦੇ ਉੱਗੀ ਸ਼ਖਸੀਅਤ ਹੋ, ਹਮੇਸ਼ਾ ਹੀ ਹਰ ਇੱਕ ਕੰਮ ਦੇ ਵਿੱਚ ਅੱਗੇ ਵੋਲੰਟਰਲੀ ਤੌਰ ਤੇ ਤੁਸੀਂ ਆਉਂਦੇ ਹੋ। ਸੋ ਸੁਲਝੇ ਇਨਸਾਨਾਂ ਤੋਂ ਹਮੇਸ਼ਾ ਹੀ ਮੈਸੇਜ ਲੈਣਾ ਸਾਡਾ ਫਰਜ਼ ਹੁੰਦਾ, ਤਾਂ ਕਿ ਉੱਥੇ ਬੈਠੀਆਂ ਜਥੇਬੰਦੀਆਂ ਬਹੁਤ ਸੂਝਵਾਨ ਆ, ਪਰ ਫਿਰ ਵੀ ਕਹਿੰਦੇ ਹਰ ਇੱਕ ਦੀ ਸਲਾਹ, ਹਰ ਇੱਕ ਦੀ ਸੋਚ ਵੱਖਰੀ ਹੁੰਦੀ ਆ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਆ? ਪਹਿਲੀ ਗੱਲ ਤਾਂ ਹੈ ਵੀ ਉਹ ਹਮੇਸ਼ਾ ਸਾਡੇ ਨਾਲ ਟੱਚ ਅਪ ਰਹਿੰਦੇ। ਮੈਂ ਕਦੀ ਉਹਨਾਂ ਨੂੰ ਟੱਚ ਅਪ ਨਹੀਂ ਕੀਤਾ, ਪਰ ਉਹਨਾਂ ਦੇ ਫੋਨ ਆਉਂਦੇ ਰਹਿੰਦੇ। ਸਾਡੀਆਂ ਜਿਹੜੀਆਂ ਸਕਿੱਪ ਨੇ ਉਹ ਮੰਗਦੇ ਨੇ, ਕਈ ਵਾਰੀ ਮੈਥੋਂ ਉਹਨਾਂ ਬਣਵਾ ਕੇ ਮੰਗੀਆਂ ਵੀ ਅਸੀਂ ਆਲ ਦਾ ਜਿਹੜੀ ਤੁਸੀਂ ਇੰਨੀ ਵੱਡੀ ਕੋਸ਼ਿਸ਼ ਕਰ ਰਹੇ ਹੋ। ਸੋ ਅਸੀਂ ਇਹੀ ਕਹਾਂਗੇ ਪੀਸਫੁਲੀ ਰੱਖਣ, ਆਪਣਾ ਸਬਰ ਦਾ ਜਿਹੜਾ ਉਹਨੂੰ ਜਿਤਨਾ ਰੱਖਿਆ ਹੋਇਆ ਹੀ ਰੱਖਣ, ਕਿਉਂ ਸਰਕਾਰ ਚਾਹੁੰਦੀ ਆ ਵੀ ਕੋਈ ਗੜਬੜ ਹੋਵੇ ਤੇ ਅਸੀਂ ਇਹਨਾਂ ਨੂੰ ਦੁਨੀਆ ਦੇ ਸਾਹਮਣੇ ਰੱਖ ਕੇ, ਦੇਖੋ ਜੀ ਇਹ ਟਰਬਲ ਮੇਕਰ ਨੇ, ਪਰ ਮੇਰਾ ਖਿਆਲ ਹੈ ਕਿ ਬਹੁਤ ਸਿਆਣੇ ਆ, ਪੜ੍ਹੇ ਲਿਖੇ ਨੇ, ਤੇ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਉਹਨਾਂ ਨੂੰ। ਮਾਰਚ ਹੋਣਾ ਹੀ ਹੋਣਾ ਜੀ, ਕਿਉਂਕਿ ਅੱਜ ਉਹਨਾਂ ਨੂੰ ਅਲਾਉਡ ਕਰ ਦਿੱਤਾ ਗਿਆ ਜੀ। ਤੇ ਸੋ ਪੀਸਫੁਲੀ ਕਰਨਗੇ ਔਰ ਇਹ ਦੱਸਣਗੇ ਵੀ ਕਿਸਾਨ, ਇਹ ਜਿਹੜਾ ਕਿਸਾਨ ਨੂੰ ਦੇਖਣਾ ਚਾਹੁੰਦੇ ਆ ਵੀ ਟੁੱਟੀ ਜੀ ਪੱਗ ਹੋਵੇ, ਟੁੱਟੇ ਉਹਦੇ ਚਿੱਤਰ ਹੁਣ ਪੈਰੀ ਤੇ ਐ ਹੱਥ ਜੋੜ ਕੇ ਸਾਡੇ ਗਾੜੀ ਬੈਠੇ, ਉਹ ਕਿਸਾਨ ਨਹੀਂ ਅੱਜ ਰਿਹਾ। ਅੱਜ ਕਿਸਾਨ ਜਿਹੜਾ ਜਾਗ ਗਿਆ ਹੈ, ਐਜੂਕੇਟਡ ਆ, ਔਰ ਉਹ ਕਿਸੇ ਦੀ ਕੇਅਰ ਨਹੀਂ ਕਰਦਾ, ਉਹ ਆਪਣੇ ਪੈਰਾਂ ਤੇ ਆਪ ਖੜ ਸਕਦਾ ਹੈ। ਸਾਰੀਆਂ ਜਿਹੜੀਆਂ ਇਹਨਾਂ ਦੀਆਂ ਹਿਡਨ ਪਾਲਿਸੀਆਂ ਨੇ ਕਿ ਜਿਹੜਾ ਇਹ ਅਬਾਨੀ ਅਡਾਨੀ ਨੂੰ ਬਿਜ਼ਨਸ ਆਉਂਦਾ, ਕਿਉਂਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਰਿਲਾਇੰਸ ਦਾ ਬਿਜ਼ਨਸ ਜਿਹੜਾ ਪੈਟਰੋਲੀਅਮ ਦਾ ਖਤਮ ਹੋ ਜਾਣਾ, ਸਭ ਤੋਂ ਵੱਡਾ ਬਿਜ਼ਨਸ ਇਹ ਹੋਣਾ। ਔਰ ਉਹ ਧਰਤੀ ਜਿੱਥੇ 4 ਵਾਰੀ ਅਸੀਂ ਫਸਲ ਲਗਾ ਸਕਦੇ ਹਾਂ, ਉਹ ਸਭ ਤੋਂ ਜ਼ਿਆਦਾ ਫਰਟਾਈਲ ਹੈਗੇ ਆ। ਨਾਲੇ ਉੱਥੋਂ ਨਾਲ ਬਾਰਡਰ ਲੱਗਦਾ, ਇਹ ਡਰਾਈ ਪੋਰਟ ਬਣਾਉਣ ਨੂੰ ਆਪਣੇ ਹੱਥ ਵਿੱਚ ਲੈਣਾ ਚਾਹੁੰਦੇ ਆ। ਅੱਗੇ ਵੀ ਜਿੰਨੇ ਏਅਰਪੋਰਟ ਨੇ ਤਕਰੀਬਨ ਪੰਜਾਬ ਦੇ ਵਿੱਚ ਜਿਹੜਾ ਚੰਡੀਗੜ੍ਹ ਬਣਿਆ, ਲੁਧਿਆਣੇ 'ਚ ਬਣਿਆ, ਬਾਕੀ ਜਿਹੜੇ ਵੱਡੇ ਏਅਰਪੋਰਟ ਨੇ ਉਹਨਾਂ ਦੇ ਅੰਡਰ ਕਰ ਦਿੱਤੇ। ਥੈਂਕ ਯੂ ਰਣਜੀਤ ਸਿੰਘ ਜੀ, ਤੁਹਾਡਾ ਤੁਸੀਂ ਤੁਹਾਡਾ ਵੀ, ਤੁਹਾਡੇ ਸਾਰੇ ਮੈਨੇਜਮੈਂਟ ਦਾ ਜਿਹੜੇ ਤੁਸੀਂ ਇਸ ਮੌਕੇ ਤੇ ਆ ਕੇ ਜਿਹੜਾ ਆਪਣੀ ਕਮਿਊਨਿਟੀ ਦੇ ਨਾਲ ਖੜੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਸਨੀ, ਤੁਸੀਂ ਅੱਜ ਇੱਥੇ ਰੈਲੀ 'ਚ ਪਹੁੰਚੇ, ਐਬਸਫੋਰਡ ਦੇ ਵਿੱਚ ਬਹੁਤ ਵੱਡੀ ਰੈਲੀ ਜਿਹੜੀ ਅੱਜ ਇੱਥੋਂ ਲੈ ਕੇ ਵੈਂਕੂਵਰ ਨੂੰ ਜਾ ਰਹੇ ਆ। ਸੋ ਕਿਵੇਂ ਫੀਲ ਕਰਦੇ ਆ ਇਹਦੇ ਲਈ ਤੁਸੀਂ? ਬਹੁਤ ਵਧੀਆ ਜੀ, ਦਿਨ ਬਹੁਤ ਵਧੀਆ ਅੱਜ, ਤੇ ਬਹੁਤ ਖੁਸ਼ੀ ਆ। ਸਾਡੇ ਸਾਰੇ ਮਤਲਬ ਭਰਾ ਭੈਣਾਂ, ਸਾਡੇ ਸਾਰੇ ਬਜ਼ੁਰਗ ਇੱਥੇ, ਬੱਚੇ ਛੋਟੇ ਛੋਟੇ ਤੁਸੀਂ ਦੇਖੇ ਹੋਣੇ ਆ, ਪਹੁੰਚੇ ਆ।
ਤੇ ਕਮਿਊਨਿਟੀ ਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ। ਸਾਰੇ ਟਰੱਕਾਂ ਦੇ ਉੱਤੇ ਝੰਡੇ ਹਰੇ ਆਪਣੇ ਤੇ ਗ੍ਰੀਨ ਤੇ ਆਪਣੇ ਯੈਲੋ ਲੱਗੇ ਹੋਏ ਆ। ਸੋ ਬਹੁਤ ਖੁਸ਼ੀ ਆਈ ਦੇਖ ਕੇ, ਬਹੁਤ ਵਧੀਆ ਲੱਗ ਰਿਹਾ। ਜਦੋਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ ਤੇ ਹੁਣ ਤੁਸੀਂ ਵੀ ਜਾਣਦੇ ਹੋ, ਤੁਸੀਂ ਵੀ ਮੀਡੀਆ ਦੇ ਰਾਹੀਂ ਦੇਖਿਆ ਕਿ ਤਕਰੀਬਨ 2 ਮਹੀਨੇ ਦਾ ਹੀ ਸਮਾਂ ਹੋ ਗਿਆ, 2 ਮਹੀਨੇ ਤੋਂ ਵੀ ਉੱਤੇ ਦਾ ਹੀ ਸਮਾਂ ਤਕਰੀਬਨ ਹੋਣ ਨੂੰ ਆ, ਜਦੋਂ ਪੰਜਾਬ ਤੋਂ ਲੈ ਕੇ ਹੁਣ ਦਿੱਲੀ ਦੇ ਬਾਰਡਰਾਂ ਤੱਕ ਵੀ ਬੈਠੇ ਹੈਗੇ ਆ। ਸੋ ਉਸ ਪ੍ਰੋਟੈਸਟ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਹੈਗਾ, ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਐਕਚੁਅਲੀ ਉੱਥੇ ਸਰਕਾਰ, ਮੋਦੀ ਸਰਕਾਰ ਆ, ਉਹ ਤੁਹਾਨੂੰ ਪਤਾ ਹੀ ਆ ਵੀ ਉਹ ਇੱਕ ਧਿਰ ਕੰਨੀ ਮਤਲਬ ਉਹਨਾਂ ਦਾ ਝੁਕਾਅ ਜ਼ਿਆਦੇ ਆ। ਸੋ ਉਹਨਾਂ ਨੇ ਮਤਲਬ ਕਿਸਾਨਾਂ ਨੂੰ ਹੁਣ ਤੁਸੀਂ ਦੇਖ ਲਓ ਵੀ ਤਕਰੀਬਨ ਆਲਮੋਸਟ 150 ਤਕਰੀਬਨ ਜ਼ਿਆਦਾ ਹੀ ਟੱਪ ਹੀ ਗਈ ਕਿਸਾਨ, ਜਿਹੜੇ ਜਿਨ੍ਹਾਂ ਦੀਆਂ ਉੱਥੇ ਡੈਥਾਂ ਹੋ ਗਈਆਂ, ਰਾਈਟ, ਸ਼ਹੀਦ ਹੋ ਗਏ ਆਪਾਂ ਤਾਂ ਕਹਿ ਸਕਦੇ ਹਾਂ। ਸੋ ਉਹ ਉਹਨਾਂ ਨੂੰ ਅਣਗੌਲਿਆਂ ਕਰ ਰਹੀ ਆ। ਪਰ ਇੱਕ ਚੀਜ਼ ਬਹੁਤ ਵਧੀਆ ਹੋਈ ਆ, ਜਿਹੜੀ ਉਹ ਰੈਲੀ ਨੂੰ ਕਹਿ ਰਹੇ ਸੀਗੇ ਕਿ ਰੈਲੀ ਆ ਜਿਹੜੀ ਉਹ ਅਸੀਂ ਕੱਢਣ ਨਹੀਂ ਦੇਣੀ, ਪਰ ਉਹ ਹੁਣ ਉਹਨਾਂ ਨੇ ਦੇਖ ਲਿਆ ਵੀ ਅੱਗੇ ਬੈਰੀਕੇਡ ਭੰਨੇ ਸੀਗੇ ਤੇ ਹੁਣ ਵੀ ਭੰਨਣਗੇ ਇਹ, ਤੇ ਉਹ ਝੁਕੀ ਆ ਸਰਕਾਰ। ਬਾਕੀ ਉਹ ਡਰੀ ਬਹੁਤ ਹੋਈ ਆ। ਤੁਸੀਂ ਦੇਖਿਆ ਹੀ ਆ ਵੀ ਜਿੰਨੇ ਵੀ ਉਹਨਾਂ ਨੇ ਮੀਟਿੰਗਾਂ ਹੋਈਆਂ ਨੇ ਤੇ ਉਹ ਟਰਾਈ ਕਰ ਰਿਹਾ ਵੀ ਅਸੀਂ ਇਹਨਾਂ ਨੂੰ ਥੋੜ੍ਹਾ ਮੋਟਾ ਦਬਾਈਏ ਤੇ ਇਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਸਾਈਡ 'ਤੇ ਕਰ ਦਈਏ। ਪਰ ਉਹ ਕਿਸਾਨ ਵੀ ਆਪਦੀ ਗੱਲ 'ਤੇ ਅੜੇ ਆ ਵੀ ਜਾਂ ਰੱਦ ਹੋਣਗੇ ਤੇ ਮਤਲਬ ਨਹੀਂ ਅਸੀਂ ਇਹਦਾ ਉਹਨਾਂ ਚਿਰ ਮਤਲਬ ਅਸੀਂ ਪਿੱਛੇ ਨਹੀਂ ਹਟਦੇ। ਸੋ ਬਹੁਤ ਵਧੀਆ ਮਤਲਬ ਉੱਥੇ ਸੰਘਰਸ਼ ਚੱਲ ਰਿਹਾ ਵਾ। ਸਾਰੇ ਮਤਲਬ ਪਿੰਡਾਂ ਦੇ ਵਿੱਚੋਂ, ਸਾਡੇ ਪਿੰਡੋਂ ਵੀ ਮਤਲਬ ਕਾਫੀ ਟਰਾਲੀਆਂ। ਮੇਰਾ ਪਿੰਡ ਜੀ ਬੜੂੰਦੀ ਆ, ਲੁਧਿਆਣੇ ਦੇ ਵਿੱਚ, ਤੇ ਸਾਡੇ ਜੱਥੇ ਤਕਰੀਬਨ ਐਵਰੀ ਡੇ ਉੱਥੇ ਪਹੁੰਚ ਰਹੇ ਆ। ਜੇ ਕੋਈ ਮੁੜ ਵੀ ਆਉਂਦਾ ਤੇ ਬੈਕ ਉੱਥੇ ਜਾ ਰਿਹਾ। ਤੇ ਦੂਜੀ ਸਾਡੇ NRI ਜਿੰਨੇ ਇੱਥੇ ਮੁੰਡੇ ਬੈਠੇ ਸੀ ਬਾਕੀ ਪਿੰਡੋਂ ਵੀ, ਪੈਸੇ ਤੇ ਗੈਸ ਮਤਲਬ ਜੇ ਵੀ ਕਿਸੇ ਨੇ ਜਾਣਾ ਨਾਲ ਸਪੋਰਟ ਜਿੰਨਾ ਸਮਾਨ ਉੱਥੇ ਲਿਜਾ ਸਕਦੇ ਆ ਤੇ ਉਹ ਭੇਜ ਰਹੇ ਆ ਜੀ ਉੱਥੇ ਵੀ। ਹਾਂਜੀ। ਔਰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਉੱਥੇ ਸਾਡੇ ਕਿਸਾਨ ਵੀਰ ਬਾਰਡਰਾਂ ਤੇ ਬੈਠੇ ਆ, ਜਾਂ ਸਾਡੀ ਬਾਕੀ ਕਮਿਊਨਿਟੀ ਨੂੰ ਜਿਹੜੇ ਹਾਲੇ ਵੀ ਘਰਾਂ 'ਚ ਬੈਠੇ ਆ? ਅਸੀਂ ਬਸ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਆਪਾਂ ਨੂੰ ਜਾਗਣਾ ਚਾਹੀਦਾ। ਅਜੇ ਆਹ ਟਾਈਮ ਆਪਾਂ ਇੱਕ ਦੂਜੇ ਨਾਲ ਨਹੀਂ ਖੜਦੇ ਤਾਂ ਮੈਨੂੰ ਨਹੀਂ ਲੱਗਦਾ ਵੀ ਆਪਾਂ ਕੋਈ ਚੀਜ਼ ਮਤਲਬ ਪਿੱਛੇ ਕੁਛ ਰਹਿ ਨਹੀਂ ਜਾਂਦਾ। ਇੱਥੇ ਵੀ ਮੈਂ ਕਹਿਣਾ ਚਾਹੇ ਬਾਹਰ ਉੱਥੇ ਆਪਣੇ ਪੰਜਾਬ ਦੇ ਵਿੱਚ ਵੀ ਮੈਂ ਹੱਥ ਜੋੜ ਕੇ ਬੇਨਤੀ ਕਰੂੰ ਸਾਰਿਆਂ ਨੂੰ ਕਿ ਆਪਾਂ ਬਾਹਰ ਨਿਕਲੀਏ। ਅੱਜ ਦੀ ਰੈਲੀ ਵੀ ਆ ਤੇ ਅੱਜ ਵੀ ਸਾਰਿਆਂ ਨੂੰ ਇਕਜੁੱਟ ਹੋ ਕੇ ਤੇ ਇੱਕ ਆਪਣੇ ਸਾਰਿਆਂ ਨੂੰ ਅਸੀਂ ਰਾਤ ਵੀ ਕਿਹਾ ਸੀਗਾ ਕਿ ਆਪਾਂ ਨਾ ਬਹੁਤ ਸੰਜਮ ਨਾਲ ਕਿਸੇ ਨੇ ਮਤਲਬ ਬਿਨਾਂ ਮਤਲਬ ਰਾਹ 'ਚ ਹਾਰਨ ਵਗੈਰਾ ਇਹ ਚੀਜ਼ਾਂ ਨਾ ਕਰੀਏ ਤੇ ਉੱਥੇ ਵੀ ਜਿਵੇਂ ਹੁੱਲੜਬਾਜੀ ਜਾਂ ਇਹ ਚੀਜ਼ਾਂ ਤੋਂ ਬਚ ਕੇ ਆਪਾਂ ਰੈਲੀਆਂ ਨੂੰ ਕਾਮਯਾਬ ਕਰੀਏ। ਕਿਉਂਕਿ ਇਹ ਆਪਣੇ ਮੋਦੀ ਮੀਡੀਆ ਜਾਂ ਜਿਹੜੇ ਹੋਰ ਆ ਉਹ ਇਹ ਚੀਜ਼ਾਂ ਨੂੰ ਭਾਲਦੇ ਆ ਕਿ ਆਪਾਂ ਕੋਈ ਇੱਦਾਂ ਦਾ ਨਾਅਰਾ ਲਾਈਏ ਜਾਂ ਬਈ ਕੋਈ ਫਲੈਗ ਉੱਦਾਂ ਦੇ ਲਾਈਏ ਕਿ ਜਿਹਦੇ ਨਾਲ ਇਹ ਆਪਾਂ ਨੂੰ ਪਿਕ ਕਰ ਸਕਣ। ਜੇ 1000 ਟਰੱਕ ਹੁੰਦਾ ਜਾਂ ਗੱਡੀ ਹੁੰਦੀ ਆ ਉਹਦੇ ਵਿੱਚੋਂ ਇੱਕ ਨੂੰ ਫਲੈਗ ਨੂੰ ਪਿਕ ਕਰਕੇ ਕਹਿ ਦਿੰਦੇ ਆ ਜੀ ਇਹ ਖਾਲਿਸਤਾਨੀ ਹੈ ਜੀ ਇਹ ਆ। ਉਹਨਾਂ ਨੇ ਬਹੁਤ ਹੱਥ ਕੰਡੇ ਅਪਣਾਏ ਸੀਗੇ। ਸੋ ਉਹ ਚੀਜ਼ਾਂ ਜੋ ਨਿਕਲ ਕੇ ਤੇ ਆਪਣੇ ਹੁਣ ਮਤਲਬ ਹੁਣ ਉਹਨਾਂ ਨੂੰ ਕੋਈ ਚੀਜ਼ ਨਹੀਂ ਲੱਭ ਰਹੀ ਵੀ ਜਿਹਦੇ ਤੇ ਉਹ ਕੁਛ ਕਿੰਤੂ ਪ੍ਰੰਤੂ ਕਰ ਸਕਣ। ਸੋ ਆਪਣਾ ਸਾਰਿਆਂ ਦਾ ਮਤਲਬ ਜਿੰਨੇ ਵੀ ਜਿੱਥੇ ਵੀ ਕੋਈ ਬੰਦਾ ਸਪੋਰਟ ਕਰ ਰਿਹਾ ਬੱਚੇ ਤੋਂ ਲੈ ਕੇ ਬਜ਼ੁਰਗਾਂ ਦੀ, ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਇੱਕ ਦੂਜੇ ਨਾਲ ਜੁੜੇ ਹੋਏ ਆ ਜੀ। ਬਸ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਟਾਈਮ ਦਿੱਤਾ ਇੱਥੇ ਪਹੁੰਚੇ ਹੋ, ਹੈ ਨਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ। ਇਸ ਵਕਤ ਮੇਰੇ ਨਾਲ ਕੈਲੀ ਚਾਹਲ ਨੇ ਐਬਸਫੋਰਡ ਸਿਟੀ ਕਾਉਂਸਲ ਤੋਂ। ਕੈਲੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਕੈਲੀ ਜੀ ਅੱਜ ਤੁਹਾਡੇ ਸ਼ਹਿਰ ਦੇ ਵਿੱਚ ਰੈਲੀ ਹੋ ਰਹੀ ਹੈਗੀ ਆ ਕਿਸਾਨਾਂ ਨੂੰ ਲੈ ਕੇ, ਤੇ ਇਹ ਰੈਲੀ ਵੈਂਕੂਵਰ ਡਾਊਨਟਾਊਨ ਜਾਣੀ ਆ, ਵੈਂਕੂਵਰ ਆਰਟ ਗੈਲਰੀ ਤੱਕ। ਸੋ ਤੁਸੀਂ ਇਸ ਰੈਲੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਸ ਤਰ੍ਹਾਂ ਦੇਖਦੇ ਹੈ ਕਿ ਵੀ ਸ਼ੋ ਆਫ ਸਪੋਰਟ ਵੀ ਜਿਹੜੇ ਕਿਸਾਨ ਹੈਗੇ ਆ ਇੰਡੀਆ ਦੇ ਵਿੱਚ ਉਹਨਾਂ ਨੂੰ ਦੱਸਣਾ ਹੈਗਾ ਵੀ ਇੱਥੇ ਅਸੀਂ ਤੁਹਾਡੇ ਸਾਥ ਹੈਗੇ ਆ ਜੀ। ਤੇ ਜਦੋਂ ਅਸੀਂ ਦੇਖਦੇ ਹਾਂ ਕਿਸਾਨ ਪ੍ਰੋਟੈਸਟ ਤੇ ਬਹੁਤ ਲੰਬੇ ਸਮੇਂ ਤੋਂ ਬੈਠੇ ਆ, ਘਰਾਂ ਤੋਂ ਬਾਹਰ ਬੈਠੇ ਆ, ਔਰ ਵੈਦਰ ਕਿੱਦਾਂ ਆ, ਮੀਂਹ ਪੈਂਦੇ ਆ, ਠੰਡ ਬਹੁਤ ਆ, ਅਸੀਂ ਇਹਨਾਂ ਮੁਲਕਾਂ ਤੋਂ ਉਹਨਾਂ ਦੇ ਨਾਲ ਆ, ਸਾਥ ਦੇ ਰਹੇ ਆ। ਤੁਹਾਨੂੰ ਕੀ ਲੱਗਦਾ ਇਹਨਾਂ ਬਿੱਲਾਂ ਬਾਰੇ ਕਿ ਇਹਨਾਂ ਦਾ ਕੋਈ ਸੋਲੂਸ਼ਨ ਨਿਕਲਣਾ ਚਾਹੀਦਾ? ਕਿਉਂਕਿ ਸਰਕਾਰ ਤਾਂ ਆਏ ਦਿਨ ਲਾਰੇ ਲਾ ਰਹੀ ਹੈਗੀ ਹੈ। ਵੈਰੀ ਗੁੱਡ ਕੁਐਸਚਨ। ਇਹੀ ਸਾਨੂੰ ਦੁੱਖ ਲੱਗਦਾ ਜਦੋਂ ਅਸੀਂ TV ਦੇਖਦੇ ਹਾਂ, ਪ੍ਰੋਗਰਾਮ ਦੇਖਦੇ ਹਾਂ ਜਾਂ ਕੋਈ ਨਿਊਜ਼ ਦੇਖਦੇ ਹਾਂ। ਅਸੀਂ ਦੇਖਦੇ ਸਾਡੇ ਬਜ਼ੁਰਗ, ਸਾਡੇ ਮਾਤਾਵਾਂ, ਸਾਡੇ ਨਿੱਕੇ ਨਿੱਕੇ ਬੱਚੇ ਉੱਥੇ ਠੰਡ ਦੇ ਵਿੱਚ ਪ੍ਰੋਟੈਸਟ ਪੀਸਫੁਲੀ ਕਰਦੇ ਹੈਗੇ ਆ। ਦੁੱਖ ਲੱਗਦਾ ਹੈਗਾ। ਅਸੀਂ ਇੱਥੇ ਕੈਨੇਡਾ ਆਰਾਮ ਦੇ ਵਿੱਚ ਸਾਡੀ ਲਾਈਫ ਗੁੱਡ ਹੈਗੀ ਆ, ਸਾਡੀ ਕੋਈ ਕੱਟੀ ਹੈ ਨਹੀਂ, ਸਾਡੇ ਫੂਡ ਸਿਕਿਉਰਿਟੀ ਹੈਗੀ, ਸਭ ਕੁਝ ਹੈਗਾ ਆ, ਪਰ ਅਸੀਂ ਵੀ ਉਹਨਾਂ ਵਾਸਤੇ ਵੀ ਸੇਮ ਮੰਗਦੇ ਹੈਗੇ। ਤੁਸੀਂ ਸਿਟੀ ਦੇ ਵਿੱਚ ਆ, ਤੁਹਾਡੀਆਂ ਸਿਟੀ ਕਾਉਂਸਲ ਆ, ਤੁਸੀਂ ਤੁਹਾਡੀਆਂ ਬਹੁਤ ਸਾਰੀਆਂ ਰਿਸਪੌਂਸਿਬਿਲਿਟੀਜ਼ ਹੁੰਦੀਆਂ। ਜਦੋਂ ਇਹੋ ਜਿਹੀਆਂ ਵੱਡੀਆਂ ਰੈਲੀਆਂ ਸਿਟੀ ਦੇ ਵਿੱਚ ਨਿਕਲਦੀਆਂ ਆ, ਇਹਨਾਂ ਦਾ ਕਿੰਨਾ ਕੁ ਅਸਰ ਪੈਂਦਾ ਹੈਗਾ? ਇੱਥੇ ਦੀਆਂ ਸਰਕਾਰਾਂ ਕਿਵੇਂ ਇਹਨਾਂ ਨੂੰ ਦੇਖਦੀਆਂ ਨੇ?
ਅਸੀਂ ਆਹ ਰੈਲੀ ਇਹਨਾਂ ਨੇ ਜਦੋਂ ਡਿਵੈਲਪ ਕੀਤੀ ਹੈਗੀ ਆ ਤਿੰਨੇ ਗੁਰਦੁਆਰਿਆਂ ਨੇ ਟੁਗੇਦਰ ਪਲੈਨਿੰਗ ਕੀਤੀ ਪੁਲਿਸ ਦੇ ਨਾਲ ਕਮੇਟੀ ਤੇ ਪਲੈਨਿੰਗ ਕੀਤੀ ਨਾਲੇ ਸਿਟੀ ਵਾਲਿਆਂ ਦੇ ਨਾਲ ਵੀ ਪਲੈਨਿੰਗ ਕੀਤੀ ਸੋ ਆਈ ਥਿੰਕ ਇਹ ਰਿਜ਼ਲਟ ਹੁੰਦਾ ਵੀ ਥੋੜ੍ਹਾ ਹੌਂਸਲਾ ਹੁੰਦਾ ਹੈ ਸਾਰਿਆਂ ਨੂੰ ਵੀ ਸਾਡੀ ਕਨੈਕਸ਼ਨ ਹੈਗੀ ਆ ਸਾਨੂੰ ਪਤਾ ਸਾਡੇ ਰੂਟਸ ਹੈਗੇ ਇੰਡੀਆ ਦੇ ਵਿੱਚ ਥੋੜ੍ਹਾ ਹੌਂਸਲਾ ਹੁੰਦਾ ਸਾਰਿਆਂ ਨੂੰ ਵੀ ਅਸੀਂ ਸਪੋਰਟ ਕਰਦੇ we're doing something 26 ਜਨਵਰੀ ਜਿਹੜੀ ਹੈਗੀ ਹੈ 26 ਜਨਵਰੀ ਬਹੁਤ ਵੱਡਾ ਦਿਨ ਆ ਕਿਸਾਨਾਂ ਨੇ ਟਰੈਕਟਰ ਰੈਲੀ ਕੱਢਣੀ ਆ ਔਰ ਇਹਨਾਂ ਮੁਲਕਾਂ 'ਚ ਵੀ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਕੱਲ੍ਹ ਵੀ ਰੈਲੀ ਆ ਤੁਹਾਡੇ ਸ਼ਹਿਰ ਦੇ ਵਿੱਚ ਟਰੈਕਟਰ ਰੈਲੀ ਆ ਕੱਲ੍ਹ ਵੀ ਔਰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਬਾਰਡਰਾਂ ਤੇ ਬੈਠੇ ਨੇ ਸਾਡੇ ਕਿਸਾਨ ਉਹਨਾਂ ਲਈ ਉਹਨਾਂ ਦੀ ਇਹੀ ਮੈਸੇਜ ਹੈਗੀ ਆ ਜਿਹੜਾ ਪੀਸਫੁਲ ਪ੍ਰੋਟੈਸਟ ਹੁੰਦਾ ਇਸ ਸਭ ਤੋਂ ਮੋਸਟ ਡਿਫਿਕਲਟ ਹੁੰਦਾ ਹੈਗਾ ਬਿਕਾਜ਼ ਇੰਨੇ ਫੀਲਿੰਗਸ ਹੁੰਦੇ ਸਾਡੇ ਵਿੱਚ ਇਹ ਕੋਈ ਟੈਸਟ ਹੈਗਾ ਵੀ ਇੰਨਾ ਚਿਰ ਠੰਡ ਦੇ ਵਿੱਚ ਜਿਵੇਂ ਆਈ ਵਾਸ ਸੇਇੰਗ ਅਰਲੀਅਰ ਵੀ ਸਿਰਫ ਇੰਨਾ ਕਰੇਜ ਹੈਗਾ ਆ ਦੇ ਕੀਪਿੰਗ ਇਟ ਅਪ ਵੀ ਅਸੀਂ ਵੀ ਉਹਨਾਂ ਦੀ ਸਪੋਰਟ ਐਵੇਂ ਕਰੋਗੇ ਪੀਸਫੁਲ ਪ੍ਰੋਟੈਸਟ ਜਦੋਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਕੈਲੀ ਜੀ ਸਾਡੇ ਇੱਥੇ ਅਸੀਂ ਇਹਨਾਂ ਗੱਲਾਂ ਨੂੰ ਬਹੁਤ ਦੇਖਦੇ ਹਾਂ ਕਿ ਸਾਡੇ ਰਾਈਟਸ ਦੇ ਲਈ ਅਸੀਂ ਹਮੇਸ਼ਾ ਸਾਨੂੰ ਹਰ ਪਾਸਿਓਂ ਸਾਨੂੰ ਕਹਿ ਲਓ ਕਿ ਕੋਈ ਫਿਕਰ ਨਹੀਂ ਹੁੰਦਾ ਸਾਡੇ ਤੇ ਆਪਣੇ ਹੱਕਾਂ ਲਈ ਅਸੀਂ ਆਪਣੀ ਆਵਾਜ਼ ਫਰੀडम ਸਾਨੂੰ ਇੰਨੀ ਆ ਕਿ ਅਸੀਂ ਬੋਲ ਸਕਦੇ ਹਾਂ ਹੁਣ ਕਿਸਾਨ ਤਾਂ ਉੱਥੇ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਉੱਥੇ ਹਿਊਮਨ ਰਾਈਟਸ ਦੀ ਕਿੰਨੀ ਉਲੰਘਣਾ ਹੋਈ ਆ ਇਹਦੇ ਬਾਰੇ ਤੁਸੀਂ ਕੀ ਕਹੋਗੇ Yeah, it's very hard to see. ਜਿਹੜੇ ਇਮੇਜਸ ਅਸੀਂ ਦੇਖਦੇ ਆ it's hard to see ਸਾਰੀ ਦੁਨੀਆ ਦੇਖਦੀ ਆ ਸਾਰੀ ਦੁਨੀਆ is talking about it. At least ਜਦੋਂ anger ਨਹੀਂ ਹੁੰਦਾ violence ਨਹੀਂ ਹੁੰਦਾ ਸਾਰੇ ਦੇਖਦੇ ਹੁੰਦੇ ਆ and everybody can empathize. ਥੈਂਕ ਯੂ ਕੈਲੀ ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਮੇਰਾ ਨਾਮ ਦੇਵ ਸਿੱਧੂ ਹੈ ਜੀ ਮੈਂ ਐਬਸਫੋਰਡ ਦੀ ਰਹਿਣਾ ਇੱਥੇ ਜੀ ਜੰਮਾ ਪਹਿਲਾਂ ਇੱਥੇ ਹੀ ਹਾਂ ਮੈਂ ਪ੍ਰੈਜ਼ੀਡੈਂਟ ਆਫ ਦੀ ਫਰੇਜ਼ਰ ਵੈਲੀ ਇੰਡੋ ਕੈਨੇਡੀਅਨ ਬਿਜ਼ਨਸ ਐਸੋਸੀਏਸ਼ਨ ਨਾਲੇ ਜਨਰਲ ਮੈਨੇਜਰ ਪੰਜਾਬੀ ਪੱਤਰਕਾਰ ਜੀ ਤੇ ਦੇਵ ਜਦੋਂ ਅਸੀਂ ਗੱਲ ਕਰਦੇ ਹਾਂ ਕਿਸਾਨ ਮੋਰਚੇ ਦੀ ਤੇ ਤੁਸੀਂ ਜਾਣਦੇ ਹੋ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਕਰਦੇ ਆ ਰਹੇ ਨੇ ਆਪਣੇ ਰਾਈਟਸ ਦੇ ਲਈ ਸੋ ਇਹ ਜਿਹੜੇ 3 ਬਿੱਲ ਪਾਸ ਹੋਏ ਆ ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹ 3 ਕਾਲੇ ਬਿੱਲ ਆ ਜੀ ਇਹ ਇੰਡੀਆ ਦੀ ਸਰਕਾਰ ਨੇ ਵਾਪਸ ਤੋਂ ਲੈਣਾ ਪੈਣਾ ਆਪਾਂ ਸਾਰੇ ਇਕੱਠੇ ਇੱਥੇ ਕੈਨੇਡਾ ਵੀ ਇਦਾਂ ਕਿਸਾਨ ਦੀ ਰੈਲੀ ਕਰੀ ਜਾਂਦੇ ਅਮਰੀਕਾ ਵੀ ਸਾਰੇ ਹੋਈ ਜਾਂਦੇ ਆ ਜੀ ਹੋਊਗਾ ਜੀ ਤੇ ਕਿੰਨੇ ਕੁ ਚਿਰ ਬਾਅਦ ਤੁਸੀਂ ਦੇਵ ਪੰਜਾਬ ਜਾਂਦੇ ਹੋ ਪੰਜਾਬ 'ਚ ਹੁਣ ਮੈਂ ਗੱਲ ਤੁਹਾਨੂੰ ਦੱਸਾਂ ਮੈਂ ਇੱਥੇ ਕਿਸਾਨੀ ਇੱਥੇ ਦਾ ਨਹੀਂ ਫਾਰਮ 'ਚ ਕੰਮ ਕਰਦਾ ਪਰ ਮੇਰੇ ਦਾਦੇ ਪੜਦਾਦੇ ਸਾਰੇ ਰੋਡਾ ਆਪਣਾ ਪਿੰਡ ਆ ਜੀ ਰੋਡੇ ਸੋ ਉੱਥੇ ਸਾਰੇ ਅਸੀਂ ਉਹਦੀ ਮਿਹਨਤ ਦੇ ਨਾਲ ਅਸੀਂ ਇੱਥੇ ਕੈਨੇਡਾ ਰਹਿੰਦੇ ਹਾਂ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਇੱਥੇ ਤੁਸੀਂ ਜਨਮ ਲੈ ਕੇ ਇਸ ਧਰਤੀ ਤੇ ਵੱਡੇ ਹੋ ਕੇ ਤੁਸੀਂ ਇੰਨਾ ਆਪਣੀਆਂ ਜੜ੍ਹਾਂ ਦੇ ਨਾਲ ਇੰਨੇ ਜੁੜੇ ਆ ਪੰਜਾਬ ਦੇ ਨਾਲ ਸੋ ਸਾਨੂੰ ਬੜਾ ਪ੍ਰਾਊਡ ਫੀਲ ਹੁੰਦਾ ਔਰ ਜਦੋਂ ਅਸੀਂ ਕਹਿੰਦੇ ਆ ਕਿ ਮੀਟਿੰਗਸ ਕਰ ਰਹੀ ਹੈ ਸਰਕਾਰ ਆਏ ਦਿਨ ਉਹਨਾਂ ਨੂੰ ਐਵਰੀ ਟਾਈਮ ਮੀਟਿੰਗ ਦੇ ਵਿੱਚ ਐਕਸਪਲੇਨ ਕੀਤਾ ਜਾ ਰਿਹਾ ਕਿ ਇਸ ਬੈਟਰ ਬਿੱਲ ਆ ਤੁਹਾਡੇ ਲਈ ਪਰ ਕਿਸਾਨ ਤੇ ਕਹਿੰਦੇ ਅਸੀਂ ਰੱਦ ਹੀ ਕਰਨੇ ਆ ਪਰ ਹੁਣ ਉਹਨਾਂ ਨੇ 1.5 ਸਾਲ ਦੀ ਗੱਲ ਕੀਤੀ ਹੈ ਕਿ 1.5 ਸਾਲ ਕਮੇਟੀ ਬਣਾ ਦਿੱਤੀ ਜਾਊਗੀ 1.5 ਸਾਲ ਤੱਕ ਰੱਦ ਕੀਤੇ ਜਾਣਗੇ ਤੁਹਾਨੂੰ ਕੀ ਲੱਗਦਾ ਕਿ 1.5 ਸਾਲ ਇੰਨਾ ਲੰਬਾ ਸਮਾਂ ਕਿਉਂ ਪਾ ਰਹੀ ਹੈ ਸਰਕਾਰ ਕਿ ਕਿਸਾਨਾਂ ਨੂੰ ਸਿਰਫ ਉੱਥੋਂ ਠਾਲਣ ਦੇ ਲਈ ਮੈਨੂੰ ਲੱਗਦਾ ਹੋਈ ਹੈ ਜੀ ਤੇ ਹੁਣ ਟਾਈਮ ਕਰਦੇ ਆ ਤੇ ਹੋਰ ਕਿਸਾਨ ਚਲੋ ਬੈਕ ਚਲੇ ਪੰਜਾਬ ਨੂੰ ਜਦੋਂ ਇੱਕ ਵਾਰੀ ਆਪਣੇ ਕਿਸਾਨ ਵਾਪਸ ਚਲੇ ਗਏ ਫਿਰ ਤਾਂ ਕੀ ਹੋਣਾ ਇਹ ਬਿੱਲ ਤਾਂ ਪਾਸ ਹੋ ਜਾਣਾ ਚਲੋ 1.5 ਸਾਲ ਬਾਅਦ ਹੋ ਜੂ ਬਟ ਹੋਣਾ ਤਾਂ ਹੈਗਾ ਬਟ ਆਪਣੇ ਉੱਥੇ ਕਿਸਾਨ ਭਰਾ ਭੈਣ ਮਾਤਾ ਪਿਤਾ ਬਜ਼ੁਰਗ ਸਾਰੇ ਉੱਥੇ ਬੈਠੇ ਆ ਜੀ ਇਹੀ ਹੌਸਲਾ ਨਾਲ ਦੈਟ ਉਹ ਕੁਛ ਕਰਕੇ ਆਊਗੀ ਮੈਨੂੰ ਪਤਾ ਉਹ ਕਰਕੇ ਵੀ ਆਊ ਸਿਟੀ ਦੀ ਆਪਾਂ ਗੱਲ ਕਰੀਏ ਆਪਾਂ BC ਦੀ ਗੱਲ ਕਰੀਏ ਜਾਂ ਆਪਾਂ ਕੈਨੇਡਾ ਦੀ ਅਮਰੀਕਾ ਦੀ ਗੱਲ ਕਰੀਏ ਕੋਵਿਡ ਦੇ ਕਰਕੇ ਬਹੁਤ ਸਾਰੀਆਂ ਆਪਣੇ ਤੇ ਗਾਈਡਲਾਈਨਸ ਹੈ ਰਿਸਟ੍ਰਿਕਸ਼ਨਸ ਬਹੁਤ ਲੱਗੀਆਂ ਹੈਗੀਆਂ ਲੋਕਡਾਊਨ ਵੀ ਰਿਹਾ ਆ ਪਰ ਹੁਣ ਲੱਖਾਂ ਦੀ ਤਾਦਾਦ ਵਿੱਚ ਕਿਸਾਨ ਉੱਥੇ ਬੈਠੇ ਆ ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਇਹ ਇੱਕ ਜਸਟ ਗੇਮ ਹੀ ਸੀ ਜਾਂ ਕਿਉਂ ਉਹ ਕੋਵਿਡ ਦੇ ਨਾਲ ਤੇ ਕੋਈ ਕਿਸਾਨ ਦੀ ਮੌਤ ਨਹੀਂ ਹੋਈ ਉਹ ਤੇ ਉੱਥੇ ਠੰਡ ਦੇ ਕਾਰਨ ਜਾਂ ਬਿਮਾਰੀ ਦੇ ਕਾਰਨ ਜਿਹੜੇ ਸ਼ਹੀਦ ਹੋਏ ਆ ਜਾਂ ਜਿਨ੍ਹਾਂ ਨੇ ਸੁਸਾਈਡ ਕੀਤੀ ਆ ਤੇ ਉਹਨਾਂ ਦੇ ਲਈ ਕੋਵਿਡ ਤੁਹਾਨੂੰ ਕੀ ਲੱਗਦਾ ਹੈ ਹੀ ਨਹੀਂਗਾ ਇਹ ਗੱਲ ਜੀ ਆਪਾਂ ਸਾਰੇ ਇੱਥੇ ਗੱਲ ਕਰਦੇ ਦੋ ਰਕਮ ਦੇ ਆ ਇੱਕ ਤਾਂ ਆਪਾਂ ਸਾਇੰਸ ਨਾਲ ਸੋਚਦੇ ਆ ਉਹ ਤਾਂ ਚਲੋ ਹੈ ਫਿਰ ਆਪਾਂ ਨੂੰ ਕਹਿਣਾ ਪੈਣਾ ਹਾਂਜੀ ਕੋਵਿਡ ਹੈਗਾ ਇੱਥੇ ਬੰਦੇ ਮਰੀ ਜਾਂਦੇ ਆ ਇੰਟਰਨੈਸ਼ਨਲ ਮਰੀ ਜਾਂਦੇ ਆ ਬਿਮਾਰ ਹੋਈ ਜਾਂਦੇ ਆ ਪਰ ਉਹੀ ਗੱਲ যদি ਤੁਸੀਂ ਹੁਣ ਕਹੋ ਕਾਮਨ ਸੈਂਸ ਨਾਲ ਬੰਦਾ ਸੋਚਦਾ ਉਹ ਤਾਂ ਬੰਦਾ ਕਹਿੰਦਾ ਫਿਰ ਕੋਵਿਡ ਕਿੱਥੇ ਹੈ ਕਿੰਨੇ ਆਪਣੇ ਬੰਦੇ ਉੱਥੇ ਲੱਖਾਂ ਦੇ ਲੱਖ ਆਊਟਸਾਈਡ ਐਂਡ ਕੋਈ ਕਿਚਨ ਹੈ ਨਹੀਂ ਗੀ ਬਾਹਰ ਹੀ ਉਹ ਆਊਟਸਾਈਡ ਹੀ ਕੁੱਕ ਕਰਦੇ ਆ ਉੱਥੇ ਹੀ ਖਾਂਦੇ ਉੱਥੇ ਹੀ ਸੌਂਦੇ ਨੋ ਸੈਨੀਟਾਈਜੇਸ਼ਨ ਨਥਿੰਗ ਰਾਈਟ ਮਾਸਕ ਵੀ ਉੱਥੇ ਕਿਤੇ 6 ਫੀਟ ਦਾ ਰਸਤਾ ਹੈਗਾ ਜੀ ਨਹੀਂ ਬਿਲਕੁਲ ਜੀ ਉਹ ਹੁਣ ਤੁਹਾਨੂੰ ਕੀ ਲੱਗਦਾ ਜਿਹੜੀ ਅੱਜ ਰੈਲੀ ਆ ਕਿਉਂਕਿ ਅੱਗੇ ਵੀ ਬਹੁਤ ਸਾਰੀਆਂ ਰੈਲੀਜ਼ ਹੋਈਆਂ ਆ ਸਰੀ 'ਚ ਵੀ ਹੋਈਆਂ ਹੋਰਾਂ ਸ਼ਹਿਰਾਂ 'ਚ ਵੀ ਹੋਈਆਂ
ਔਰ ਤਕਰੀਬਨ ਕਈ ਵਾਰੀ ਕਈ ਇਹਦੀਆਂ ਫੀਡਬੈਕ ਬੈਡ ਵੀ ਆਉਂਦੀ ਹੈਗੀ ਕਿ ਬੱਚੇ ਟਾਇਰ ਬਰਨ ਕਰਦੇ ਆ ਕਾਰਾਂ ਦੇ, ਜਾਂ ਜ਼ਿਆਦਾ ਹੌਰਨ ਮਾਰਦੇ ਆ, ਜਾਂ ਹੁੱਲੜਬਾਜੀ ਕਰਦੇ ਆ, ਰੌਲਾ ਪਾਉਂਦੇ ਆ। ਸੋ ਇਸ ਰੈਲੀ ਵਿੱਚ ਗਾਈਡਲਾਈਨ ਜਿਹੜੀਆਂ ਬਹੁਤ ਸਟ੍ਰਿਕਟ ਹੈਗੀਆਂ, ਇਹਦੇ ਬਾਰੇ ਕੀ ਕਹੋਗੇ? ਇਹ ਜੀ ਹੁਣ ਆਪਾਂ ਪੀਸਫੁਲ ਪ੍ਰੋਟੈਸਟ ਕਰਦੇ ਹਾਂ, ਇਹ ਸਰਕਾਰ ਨੇ ਕੁਛ ਨਹੀਂ ਆਪਾਂ ਨੂੰ ਕਹਿ ਸਕਦੇ। ਅਸੀਂ ਰੂਲ ਸਾਰੇ ਦੇਖੋ ਜੀ, ਸਾਰਿਆਂ ਦੇ ਮਾਸਕ ਪਾਏ ਹੋਏ ਆ, ਤੁਰਦੇ ਵੀ ਹੈ, ਚਲੋ ਹੱਥ ਵੀ ਨਹੀਂ ਮਿਲਾਉਂਦੇ। ਸੋ ਇਹ ਗੱਲ ਆ, ਹੁਣ ਆਪਾਂ ਗਾਈਡਲਾਈਨਸ ਫੋਲੋ ਕਰਕੇ ਠੀਕ ਰਹੋਗੇ। ਪੀਸਫੁਲ ਪ੍ਰੋਟੈਸਟ ਜੀ, ਕੀ ਮੈਸੇਜ ਤੁਸੀਂ ਭਾਰਤ ਦੇ ਕਿਸਾਨਾਂ ਨੂੰ ਦੇਣਾ ਚਾਹੁੰਦੇ ਆ ਜਿਨ੍ਹਾਂ ਨੇ 26 ਤਰੀਕ ਨੂੰ ਬਹੁਤ ਵੱਡਾ ਪ੍ਰੋਟੈਸਟ ਕਰਨਾ? ਕਿਸਾਨਾਂ ਨੂੰ ਆਹੀ ਮੈਸੇਜ ਆ, ਅਸੀਂ ਵੀ ਤੁਹਾਡੇ ਨਾਲ ਹੀ ਆ ਜੀ, ਸਾਰੇ ਜੁੜੇ ਹੋਏ ਆ ਇੱਥੇ, ਕੈਨੇਡਾ ਹੋਵੇ ਡਜ਼ਨਟ ਮੈਟਰ, ਸਾਰੇ ਉਹ ਨਾਲ ਆ। ਪਾਰਟ ਵੀ ਆਪਾਂ ਉਹਦੇ ਸਾਰਿਆਂ ਨੇ ਕਰਦੇ ਆ, ਸਰਬੱਤਾ ਭਲਾ ਹੋਊਗਾ, ਸਾਰਿਆਂ ਦਾ ਹੋਊਗਾ ਜੀ। ਮੇਰੇ ਨਾਲ ਇਸ ਵਕਤ ਮੀਡੀਆ ਦੀ ਜਾਣੀ ਪਛਾਣੀ ਸ਼ਖਸੀਅਤ ਆ, ਕਮਿਊਨਿਟੀ ਦੇ ਵਿੱਚ ਹਰ ਇੱਕ ਕੰਮ ਦੇ ਵਿੱਚ ਹਮੇਸ਼ਾ ਅੱਗੇ ਵਧਦੇ ਨੇ, ਇੰਦਰਜੀਤ ਸਿੰਘ ਬੇਂਸ। ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਬਲਜਿੰਦਰ, ਤੇ ਤੁਹਾਡੇ ਸਾਰੇ ਜਿਹੜੇ ਸਾਂਝਾ ਟੀਵੀ ਦੇ ਦਰਸ਼ਕਾਂ ਨੂੰ ਨਿੱਘੀ ਤੇ ਪਿਆਰ ਭਰੀ ਸਤਿ ਸ਼੍ਰੀ ਜੀ। ਇੰਦਰਜੀਤ ਸਿੰਘ ਜੀ, ਹਮੇਸ਼ਾ ਕਮਿਊਨਿਟੀ ਦੇ ਕੰਮਾਂ 'ਚ ਤੁਸੀਂ ਅੱਗੇ ਵਧਦੇ ਹੋ, ਬੇਸ਼ੱਕ ਉਹ ਕੋਈ ਚੈਰਿਟੀ ਇਵੈਂਟ ਹੋਵੇ, ਬੇਸ਼ੱਕ ਉਹ ਕੋਈ ਕਿਸੇ ਤਰ੍ਹਾਂ ਦਾ ਵੀ ਕਮਿਊਨਿਟੀ ਦਾ ਪ੍ਰੋਗਰਾਮ ਹੋਵੇ, ਤੁਸੀਂ ਹਮੇਸ਼ਾ ਅੱਗੇ ਵਧਦੇ ਹੋ। ਤੇ ਅੱਜ ਵੀ ਤੁਸੀਂ ਇੱਥੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਜਿਹੜੀ ਇੱਕ ਪੀਸਫੁਲ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ, ਇੱਥੋਂ ਲੈ ਕੇ ਵੈਂਕੂਵਰ ਤੱਕ 70 ਕਿਲੋਮੀਟਰ ਦੂਰ ਦੀ ਇਹ ਰੈਲੀ ਆ। ਸੋ ਥੋੜ੍ਹਾ ਜਿਹਾ ਪਹਿਲਾਂ ਸਾਨੂੰ ਇਹਦੇ ਬਾਰੇ ਦੱਸੋ ਕਿ ਇਹ ਜਿਹੜੀ ਰੈਲੀ ਅੱਜ ਦੀ ਆ, ਇਹਨੂੰ 26 ਤਰੀਕ ਨੂੰ ਰੈਲੀ ਬਹੁਤ ਵੱਡੇ ਲੈਵਲ ਤੇ ਹੋ ਰਹੀ ਹੈਗੀ ਭਾਰਤ ਦੇ ਵਿੱਚ। ਸੋ ਐਬਸਫੋਰਡ ਦੇ ਵਿੱਚ 2 ਰੈਲੀਆਂ, ਇੱਕ ਅੱਜ ਇੱਕ ਕੱਲ੍ਹ ਆ। ਥੋੜ੍ਹਾ ਜਿਹਾ ਦੱਸੋ ਕਿ ਇੱਕ ਦਿਨ ਦੇ ਵਿੱਚ ਇਹ ਦੋਨੇ ਕਿਉਂ ਨਹੀਂ ਕੀਤੀਆਂ ਗਈਆਂ, ਕਿ ਕੋਈ ਕਾਰਨ ਡਿਫਰੈਂਟ ਹੈ ਕਿ ਜਾਂ ਉਹ ਟਰੈਕਟਰ ਰੈਲੀ ਆ, ਇਹ ਕਾਰ ਰੈਲੀ ਆ? ਬਿਲਕੁਲ, ਤੁਸੀਂ ਆਪ ਹੀ ਸਵਾਲ ਦਾ ਜਵਾਬ ਦੇ ਦਿੱਤਾ ਕਿ ਇਹ ਕਾਰ ਰੈਲੀ ਆ ਤੇ ਉਹ ਟਰੈਕਟਰ ਰੈਲੀ ਆ। ਉਹਦੇ ਵਿੱਚ ਸਿਰਫ ਟਰੈਕਟਰ ਹੀ ਜਾਣਗੇ? ਉਹਦੇ ਵਿੱਚ ਮੇਰਾ ਖਿਆਲ ਹੈ ਵੀ ਕਾਰਾਂ ਵੀ ਕੁਝ ਹੋਣਗੀਆਂ, ਪਰ ਉਹਦੇ ਵਿੱਚ ਤਰਜੀਹ ਟਰੈਕਟਰਾਂ ਨੂੰ ਦਿੱਤੀ ਜਾ ਰਹੀ ਆ। ਉਹ ਵੀ ਸੇਮ ਹੀ ਜਾਊਗੀ 70 ਕਿਲੋਮੀਟਰ ਵੈਂਕੂਵਰ ਡਾਊਨਟਾਊਨ ਤੱਕ ਟਰੈਕਟਰ ਲੈ ਕੇ ਜਾਣ ਦੀ ਪਰਮਿਸ਼ਨ ਹੈ, ਜਾਂ ਉਸ ਐਬਸਫੋਰਡ 'ਚ ਹੀ ਰਹੂਗੀ? ਪਰਮਿਸ਼ਨਸ ਤਕਰੀਬਨ ਸਾਰੇ ਲੈ ਕੇ ਜਾ ਰਹੇ ਆ, ਕਿਉਂਕਿ ਇੱਥੇ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਸਿਸਟਮ ਜਿਹੜਾ ਉਹ ਸਾਨੂੰ ਫੋਲੋ ਕਰਨਾ ਪੈਂਦਾ। ਸਿਸਟਮ ਤਾਂ ਹਰ ਜਗ੍ਹਾ ਹੀ ਫੋਲੋ ਕਰਨਾ ਚਾਹੀਦਾ। ਬਾਕੀ ਜਿਹੜੀ ਗੱਲ ਹੈ ਤੁਸੀਂ ਸ਼ੁਰੂ ਕੀਤੀ ਸੀ ਕਿ ਵੀ ਸਮਾਜਿਕ ਕੰਮਾਂ 'ਚ ਹਿੱਸਾ ਲਈਦਾ, ਉਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਅੱਜ ਜੋ ਵੀ ਹਾਂ, ਜਿੱਥੇ ਵੀ ਹਾਂ, ਅਗਰ ਅਸੀਂ ਕੈਨੇਡਾ ਵਿੱਚ ਆ ਕੇ ਸੋਹਣੀ ਜ਼ਿੰਦਗੀ ਬਸਰ ਕਰ ਰਹੇ ਹਾਂ, ਤੇ ਉਹਦੇ ਪਿੱਛੇ ਵੀ ਸਾਡੇ ਸਮਾਜ ਦਾ ਯੋਗਦਾਨ ਆ। ਸੋ ਸਮਾਜ ਨੂੰ ਦੇਣਾ ਜਿਹੜਾ ਉਹ ਸਾਡਾ ਫਰਜ਼ ਹੁੰਦਾ। ਸੋ ਆਪਣਾ ਫਰਜ਼ ਜਿਹੜਾ ਸਾਰਿਆਂ ਨੂੰ ਨਿਭਾਉਣਾ ਚਾਹੀਦਾ। ਅਸੀਂ ਕੈਨੇਡਾ ਦੇ ਵਿੱਚ ਬੈਠੇ, ਅਮਰੀਕਾ 'ਚ, ਆਸਟ੍ਰੇਲੀਆ 'ਚ ਜਾਂ ਇੰਗਲੈਂਡ 'ਚ, ਜਿੱਥੇ ਵੀ ਕਿਸਾਨ ਦਾ ਪੁੱਤ ਬੈਠਾ ਅੱਜ ਉਹ ਤੜਫ ਰਿਹਾ ਆਪਣੇ ਵਤਨ ਦੇ ਵਿੱਚ, ਜਿਹੜਾ ਕਿਸਾਨਾਂ ਨਾਲ ਧੱਕਾ ਹੋ ਰਿਹਾ ਸਰਕਾਰਾਂ ਵੱਲੋਂ, ਉਹਦੇ ਲਈ ਔਰ ਆਪਣਾ ਯੋਗਦਾਨ ਹਰ ਤਰੀਕੇ ਨਾਲ, ਜਿਵੇਂ ਵੀ ਕਿਸੇ ਤਰੀਕੇ ਨਾਲ ਕੋਈ ਯੋਗਦਾਨ ਪਾ ਸਕਦਾ ਉਹ ਪਾ ਰਹੇ, ਔਰ ਪਾਉਣਾ ਵੀ ਸਾਡਾ ਫਰਜ਼ ਬਣਦਾ। ਸਾਡੇ ਬਜ਼ੁਰਗ, ਸਾਡੇ ਜਿਹੜੇ ਮੋਢੇ ਆ, ਜਿੱਥੇ ਸਾਡੀਆਂ ਜੜ੍ਹਾਂ ਆ, ਜਿਸ ਧਰਤੀ 'ਚ ਅਸੀਂ ਜੰਮੇ ਆ, ਅੱਜ ਉਹ ਬਾਰਡਰਾਂ ਤੇ ਬੈਠੇ ਆ ਔਰ ਆਪਣੇ ਹੱਕਾਂ ਲਈ ਲੜ ਰਹੇ ਆ। ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਉਹ ਆਏ ਦਿਨ ਮੀਟਿੰਗਾਂ ਕਰ ਰਹੇ ਆ, ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਕੀ ਲੱਗਦਾ ਤੁਹਾਨੂੰ ਕਿ ਇੰਨਾ ਧੱਕਾ? ਦੇਖੋ, ਸਾਡੀ ਤਾਂ ਮੈਨੂੰ ਲੱਗਦਾ ਕੌਮ ਦੀ ਕਿਸਮਤ 'ਚ ਹੀ ਧੱਕੇ ਲਿਖੇ ਆ। ਪਿਛਲੀ ਹਿਸਟਰੀ ਦੇਖ ਲਓ ਕਿ ਅਸੀਂ ਹਮੇਸ਼ਾ ਨਾਇਨਸਾਫੀਆਂ ਦੇ ਖਿਲਾਫ ਲੜਦੇ ਆਏ ਆ, ਔਰ ਅੱਜ ਪੂਰਾ ਘੱਟ ਤੋਂ ਘੱਟ ਮੈਂ ਕਹਿ ਸਕਦਾ ਕਿ ਉੱਤਰੀ ਭਾਰਤ ਤਾਂ ਜਿਹੜਾ ਦਿੱਲੀ ਬੈਠਾ ਆ ਕੇ, ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠਾ, ਉੱਥੇ ਨਾ ਤਾਂ ਕੋਈ ਧਰਮ ਦੇਖੀ ਜਾ ਰਹੀ, ਨਾ ਕੋਈ ਕੌਮ। ਕਿਸਾਨ ਦੀ ਇੱਕ ਕੌਮ ਜਿਹੜੀ ਆ ਪੂਰੇ ਹਿੰਦੁਸਤਾਨ 'ਚ, ਬਲਕਿ ਮੈਂ ਅੱਜ ਕਹਿ ਸਕਦਾ ਕਿ ਪੂਰੀ ਦੁਨੀਆ 'ਚ ਉਹ ਸਪੋਰਟ ਕਰ ਰਹੀ ਆ। ਔਰ ਜਿਹੜਾ ਸਰਕਾਰਾਂ ਧੱਕੇ ਕਰਦੀਆਂ ਹੀ ਹੁੰਦੀਆਂ ਹਮੇਸ਼ਾ, ਯੁੱਗਾਂ ਯੁਗਾਂਤਰਾਂ ਤੋਂ ਦੇਖ ਲਓ, ਸਰਕਾਰਾਂ ਜਿਹੜੀਆਂ ਲੋਕਾਂ ਦੇ ਨਾਲ ਧੱਕੇ ਕਰਦੀਆਂ ਆਈਆਂ, ਤੇ ਲੋਕਾਂ ਦਾ ਫਰਜ਼ ਬਣਦਾ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਇਹਨਾਂ ਧੱਕਿਆਂ ਦੇ ਖਿਲਾਫ ਅਸੀਂ ਜਿਹੜੇ ਆਵਾਜ਼ ਉਠਾ ਰਹੇ ਆ, ਉਹਨਾਂ ਨਾਲ ਮੋਢਾ ਜੋੜ ਕੇ ਖੜੀਏ। ਇਹੀ ਕਾਰਨ ਆ ਕਿ ਜਿਹੜਾ ਅੱਜ ਵੀ ਇੱਥੋਂ ਕਾਰ ਰੈਲੀ ਨਿਕਲ ਰਹੀ ਆ ਤੇ ਕੱਲ੍ਹ ਨੂੰ ਟਰੈਕਟਰ ਰੈਲੀ ਨਿਕਲ ਰਹੀ ਆ, ਔਰ ਵੱਧ ਤੋਂ ਵੱਧ ਅਸੀਂ ਸਾਰੇ ਜਿਹੜੇ ਇਕੱਠੇ ਹੋ ਕੇ ਆਪਣਾ ਯੋਗਦਾਨ ਪਾ ਰਹੇ ਹਾਂ ਜੀ। ਤੇ ਜਿਹੜਾ ਬਹੁਤ ਵੱਡਾ ਇੱਕ ਇਕੱਠ, ਇੱਕ 26 ਜਨਵਰੀ ਨੂੰ ਉੱਥੇ ਟਰੈਕਟਰ ਮਾਰਚ ਹੋ ਰਿਹਾ ਹੈਗਾ ਆ, ਉਹਦੇ ਬਾਰੇ ਕੀ ਮੈਸੇਜ ਆ ਪੂਰੀ ਦੁਨੀਆ ਨੂੰ? ਉਹਦੇ ਬਾਰੇ ਇਹੀ ਮੈਸੇਜ ਹੈ ਕਿ ਦੇਖੋ, ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਮੋਰਚਾ, ਤੇ ਸਭ ਤੋਂ ਵੱਡਾ ਦੁਨੀਆ ਦੇ ਇਤਿਹਾਸ ਦੇ ਵਿੱਚ ਉਹ ਟਰੈਕਟਰ ਰੈਲੀ ਜਿਹੜੀ ਹੋ ਰਹੀ ਆ। ਔਰ ਤੀਸਰੀ ਵੱਡੀ ਗੱਲ ਆ ਕਿ ਦੁਨੀਆ 'ਚ ਕੋਈ ਵੀ ਇਹੋ ਜਿਹੀ ਰੈਲੀ ਜਾਂ ਇਹੋ ਜਿਹਾ ਜਿਹੜਾ ਅੰਦੋਲਨ ਨਹੀਂ ਹੋਇਆ ਜਿਹੜਾ ਪੀਸਫੁਲ ਹੋਵੇ, ਔਰ 100% ਪੀਸਫੁਲ ਅੰਦੋਲਨ ਜਿਹੜਾ ਕਰਕੇ ਸਾਡੇ ਲੋਕਾਂ ਨੇ, ਸਾਡੇ ਕਿਸਾਨਾਂ ਨੇ ਇੱਕ ਇਤਿਹਾਸ ਰਚ ਦਿੱਤਾ, ਜਿਹੜਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਦੁਨੀਆ ਦੇ ਵਿੱਚ। ਔਰ ਮੇਰੀ ਸਭ ਨੂੰ ਇਹੀ ਅਪੀਲ ਆ, ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਅਪੀਲ ਆ ਕਿ ਅਜੇ ਵੀ ਕੁਛ ਨਹੀਂ ਵਿਗੜਿਆ, ਅਜੇ ਵੀ ਮੰਨ ਜਾਣਾ ਚਾਹੀਦਾ। ਜਿਹੜੀਆਂ ਸਰਕਾਰਾਂ ਹੁੰਦੀਆਂ ਲੋਕਾਂ ਲਈ ਹੁੰਦੀਆਂ, ਉਹ ਆਪਣੀ ਮਨਮਰਜ਼ੀ ਮਨਾਉਣ ਲਈ ਨਹੀਂ ਹੁੰਦੀਆਂ। ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਲੋਕਾਂ ਲਈ ਕੰਮ ਕਰਦੀਆਂ, ਤੇ ਲੋਕਾਂ ਦੇ ਮੁਤਾਬਕ, ਲੋਕਾਂ ਦੀ ਸੋਚ ਦੇ ਮੁਤਾਬਕ, ਮੰਗ ਦੇ ਮੁਤਾਬਕ ਕੰਮ ਕਰਨਾ ਚਾਹੀਦਾ।
ਔਰ ਦੂਜੀ ਗੱਲ ਆ ਕਿ ਗਣਤੰਤਰ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾ ਰਹੇ। ਗਣਤੰਤਰ ਦਾ ਮਤਲਬ ਇਹ ਹੈ ਕਿ ਲੋਕਾਂ ਦਾ ਤੰਤਰ, ਨਾ ਕਿ ਸਰਕਾਰ ਦਾ ਤੰਤਰ। ਸਰਕਾਰਾਂ ਝੁਕ ਗਈਆਂ, ਝੁਕਣਾ ਪਿਆ ਉਹਨਾਂ ਨੂੰ। ਪਹਿਲਾਂ ਕਹਿੰਦੇ ਸੀ ਨਹੀਂ ਇਹ ਰੈਲੀ ਕੱਢਣ ਦੇਣੀ, ਪਰ ਉਹਨਾਂ ਨੂੰ ਮਜਬੂਰ ਹੋ ਕੇ ਪੁਲਿਸ ਨੂੰ ਉਹ ਮਨਜ਼ੂਰੀ ਦੇਣੀ ਪਈ ਆ। ਔਰ ਸਾਰੇ ਲੋਕ ਪੀਸਫੁਲ ਤਰੀਕੇ ਦੇ ਨਾਲ ਉਹਦੇ ਵਿੱਚ ਹਿੱਸਾ ਲੈ ਰਹੇ ਆ। ਔਰ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਝੁਕਣ ਲਈ ਮਜਬੂਰ ਕਰਨਗੇ। ਔਰ ਹਰ ਦੁਨੀਆ 'ਚ ਜਿੱਥੇ ਵੀ ਕਿਤੇ ਕੋਈ ਬੈਠਾ ਆ ਜਿਹੜਾ ਇੰਡੀਆ ਦੇ ਨਾਲ ਲਿੰਕਡ ਆ ਜਾਂ ਕਿਸਾਨੀ ਨਾਲ ਲਿੰਕਡ ਆ, ਹੁਣ ਇਹ ਇਕੱਲੀ ਕਿਸਾਨੀ ਦੀ ਗੱਲ ਨਹੀਂ, ਪਹਿਲੀ ਤਾਂ ਗੱਲ ਇਹ ਹਰ ਦੁਨੀਆ ਦਾ ਇਨਸਾਨ ਜਿਹੜਾ ਆ, ਅਗਰ ਕੰਟਰੋਲ ਜਿਹੜਾ ਆ ਉਹ ਬਿਜ਼ਨਸਮੈਨਾਂ ਦੇ ਹੱਥਾਂ 'ਚ ਆ ਜਾਊਗਾ ਫੂਡ ਦਾ, ਤੇ ਫੂਡ ਮਹਿੰਗਾ ਹੋ ਜਾਊਗਾ ਔਰ ਆਮ ਲੋਕਾਂ ਦੇ ਕੰਟਰੋਲ ਤੋਂ ਬਾਹਰ ਹੋ ਜਾਊਗਾ। ਸੋ ਇਸ ਕਰਕੇ ਸਭ ਨੂੰ ਹੀ ਸਾਥ ਦੇਣਾ ਚਾਹੀਦਾ। ਥੈਂਕ ਯੂ ਤੁਹਾਡਾ ਇੰਦਰਜੀਤ ਸਿੰਘ ਜੀ। ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਤੇ ਤੁਹਾਡੇ ਦਰਸ਼ਕਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਇਹ ਜਿੱਥੇ ਤੱਕ ਵੀ ਆਵਾਜ਼ ਇਹ ਜਾਂਦੀ ਆ ਪਹੁੰਚਾਓ ਤੇ ਕਿਸਾਨਾਂ ਦਾ ਜਿਹੜਾ ਸਹਿਯੋਗ ਦਿਓ। ਇੱਕ ਵੇਕਅਪ ਜਿਹੜਾ ਐਬਸਫੋਰਡ ਹੈ ਇਹਦੇ ਬਾਰੇ ਦੱਸੋ ਸਾਨੂੰ ਜੀ। ਹਾਂਜੀ, ਵੇਕਅਪ ਐਬਸਫੋਰਡ ਭੈਣ ਜੀ, ਅਸੀਂ 2018 ਦੇ ਵਿੱਚ ਜੋ ਕਿ ਇੱਥੇ ਲੋਅਰ ਮੇਨਲੈਂਡ ਵਿੱਚ ਗੈਂਗਵਾਰ ਚੱਲਦੇ ਹੁੰਦੇ ਸੀ, ਸਾਡੇ ਬੱਚੇ ਬਹੁਤ ਜ਼ਿਆਦਾ ਨੁਕਸਾਨੇ ਗਏ ਸੀ। ਅਸੀਂ ਉਹਨਾਂ ਦੀ ਹੈਲਪ ਕਰਨ ਦੇ ਲਈ, ਆਪਣੀ ਕਮਿਊਨਿਟੀ ਦੀ ਹੈਲਪ ਕਰਨ ਲਈ, ਤੁਸੀਂ ਜਾਣਦੇ ਹੋਣੇ ਕਿ ਵੇਕਅਪ ਸਰੀ ਦੇ ਵਿੱਚ ਵੀ ਇਦਾਂ ਦੀ ਆਰਗੇਨਾਈਜੇਸ਼ਨ ਹੋਈ ਸੀ। ਅਸੀਂ ਉਹਨਾਂ ਤੋਂ ਹੀ ਲੈ ਕੇ ਮੋਟੀਵੇਸ਼ਨ ਹੋ ਕੇ ਆਪਣਾ ਇੱਕ ਇੱਥੇ ਆਰਗੇਨਾਈਜੇਸ਼ਨ ਬਣਾਈ ਸੀ। ਤਾਂ ਉਸੀ ਦੇ ਨਾਲ ਹੀ ਅਸੀਂ ਇਕੱਲੇ ਉਹੀ ਨਹੀਂ ਕਿ ਆਪਾਂ ਗੈਂਗਵਾਰ ਤੋਂ ਆਪਣੇ ਬੱਚਿਆਂ ਨੂੰ ਬਚਾਉਣਾ, ਉਸ ਤੋਂ ਬਾਅਦ ਅਸੀਂ ਜਿਹੜੇ ਕਿ ਸਕੂਲਾਂ ਵਿੱਚ ਆਪਣੇ ਬੱਚੇ ਪੜ੍ਹਦੇ ਵੀ ਹੈ, ਅਸੀਂ ਸਾਰਿਆਂ ਨੂੰ ਗਾਈਡੈਂਸ ਦੇ ਕੇ ਤਾਂ ਕਿ ਉਹ ਆਪਣੀ ਕਮਿਊਨਿਟੀ ਦੇ ਲਈ ਅੱਛੇ ਨਾਗਰਿਕ ਬਣਨ। ਅਸੀਂ ਮੇਅਰ ਦੇ ਐਬਸਫੋਰਡ ਦੇ ਨਾਲ ਵੀ ਜਾ ਕੇ ਮਿਲੀਆਂ ਮੀਟਿੰਗਾਂ ਕੀਤੀਆਂ, ਪੁਲਿਸ ਦੇ ਨਾਲ ਵੀ ਕਈ ਮੀਟਿੰਗਾਂ ਕੀਤੀਆਂ, ਸਕੂਲਾਂ ਵਿੱਚ ਵੀ ਕਾਫੀ ਜਾਗਰੂਕਤਾ ਕੀਤੀ ਹੈ। ਤਾਂ ਉਸ ਦੇ ਵੱਲੋਂ ਅੱਜ ਅਸੀਂ ਆਪਣੇ ਕਿਸਾਨਾਂ ਦੀ ਸਪੋਰਟ ਕਰਨ ਲਈ, ਜੋ ਕਿ ਦਿੱਲੀ ਦੇ ਵਿੱਚ ਬੈਠੇ ਆ ਭੈਣ ਜੀ, ਉਹਨਾਂ ਦੇ ਲਈ ਇੱਥੇ ਆਏ ਆ। Secondly, as the member of parliament, I care about what my constituents care about, and I want to be your voice in parliament, and that's why I stood up in Canada's House of Commons to raise this issue, to stand up for human rights and to stand up for peaceful protest. And that's why I'm here today, because without farmers there is no food, and as your representative I will stand with you to protest the human rights abuses that have taken place in India for a better and more just future. I want to thank all of you for taking time away from your families today to stand up and protest peacefully. As the representative, I encourage everyone to maintain the social distancing and all of Dr. Bonnie Henry's health guidelines as well. And I'm just so encouraged to see everyone doing that already. So thank you so much. Thank you for standing up for what you believe in. Thank you for standing with the farmers in India. God bless. ਖੁਦ ਡੱਚ ਕਿਸਾਨ ਹੋਣ ਦੇ ਨਾਤੇ ਉਹਨਾਂ ਨੇ ਇਹ ਕਿਹਾ ਕਿ ਕਿਸਾਨਾਂ ਦੀ ਆਵਾਜ਼ ਬਣ ਰਹੇ ਆ। ਸੋ ਪੋਲੀਟੀਕਲ ਤੌਰ ਤੇ ਜਿਨ੍ਹਾਂ ਨੇ ਬਹੁਤ ਇੰਡੀਅਨ ਫਾਸ਼ੀਵਾਦੀ ਮੀਡੀਆ ਨੇ ਇਹ ਸ਼ੁਰੂ ਕੀਤਾ ਸੀ ਕਿ ਕੈਨੇਡਾ ਤੋਂ ਆਵਾਜ਼ ਆ ਰਹੀ ਹੈ, ਇੱਥੇ ਨਾ ਸਿਰਫ ਪ੍ਰਾਈਮ ਮਿਨਿਸਟਰ ਬਲਕਿ ਆਪੋਜੀਸ਼ਨ ਦੀਆਂ ਪਾਰਟੀਆਂ ਸਾਰਿਆਂ ਨੇ ਕਿਹਾ ਕਿ ਉਹ ਇਸ ਸੰਘਰਸ਼ ਦੇ ਹੱਕ ਦੇ ਵਿੱਚ ਨੇ। ਇਹ ਉਹਨਾਂ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਵੀ ਹੈ ਜਿਹੜੇ ਇਸ ਗੱਲ ਨੂੰ ਰੱਦ ਕਰਦੇ ਨੇ। ਸੋ ਇਸੇ ਤਰ੍ਹਾਂ ਲਿਬਰਲ ਪਾਰਟੀ ਦੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਜਤਿੰਦਰ ਸਿੰਘ ਸਿੱਧੂ 1 ਮਿੰਟ ਵਾਸਤੇ ਆਉਣਗੇ, ਉਹਨਾਂ ਨੂੰ ਗੁਜ਼ਾਰਿਸ਼ ਹੈ। ਉਸ ਤੋਂ ਬਾਅਦ ਕੌਂਸਲਰ ਕੁਲਦੀਪ ਕੌਰ ਚਾਹਲ, ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਵੀ ਤਿਆਰ ਰਹਿਣ 1 ਮਿੰਟ ਵਾਸਤੇ ਆਪਣੀ ਇਸ ਰੈਲੀ ਦੀ ਆਪਣੀਆਂ ਪੋਲੀਟੀਕਲ ਪਾਰਟੀਆਂ ਦੇ ਸਾਰਿਆਂ ਦੇ ਵੱਲੋਂ ਸਹਿਯੋਗ। ਤੇ ਉਸ ਤੋਂ ਵੱਡੀ ਗੱਲ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਹੈ ਸਾਰਿਆਂ ਦੀ ਸਾਂਝੀ ਹੈ। ਸੋ 2 ਸ਼ਬਦ। ਥੈਂਕ ਯੂ ਪ੍ਰੋਫੈਸਰ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਾਂ ਅੱਜ ਦੇ ਆਰਗੇਨਾਈਜ਼ਰਸ ਦਾ, ਸੋਨੀ ਧੁੱਗਾ ਸਾਡਾ ਲੋਕਲ ਸਿੰਗਰ ਤੇ ਗੁਰਦੁਆਰਾ ਸਾਹਿਬਾਨ ਦੇ ਸਾਰੇ ਨੁਮਾਇੰਦੇ ਆਏ ਆ। ਮੈਂ ਇੱਕ ਫਾਰਮਰ ਦੇ ਨਾਤੇ 35 ਸਾਲ ਮੈਂ ਇੱਥੇ ਖੇਤੀ ਕੀਤੀ ਆ, ਪੁਰਾਣਾ ਤਾਂ ਚਲੋ ਆਪਣਾ ਇਤਿਹਾਸ ਆ, ਇਸ ਗੱਲ ਤੇ ਗੌਰ ਕਰੇ। ਦੂਜੇ ਪਾਸੇ ਕੈਨੇਡਾ ਦੇ ਵਿੱਚ ਮਹਾਰਾਜੇ ਰਣਜੀਤ ਸਿੰਘ ਵਾਲਾ ਰਾਜ ਪੈਦਾ ਕਰਤਾ ਪ੍ਰਾਈਮ ਮਿਨਿਸਟਰ ਨੇ। ਕੋਈ ਬੰਦਾ ਭੁੱਖਾ ਨਹੀਂ ਛੱਡਿਆ, ਖਜ਼ਾਨੇ ਖੋਲ੍ਹਤੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਇਹ ਜਿਹੀ ਗੱਲ ਹੁੰਦੀ ਸੀ ਔਰ ਮੰਨਿਆ ਤੰਨਿਆ ਦੁਨੀਆ ਦੀ ਤਾਕਤ ਦੇ ਉੱਤੇ, ਦੁਨੀਆ ਦੀ ਹਿਸਟਰੀ ਦੇ ਵਿੱਚ ਵੀ ਉਹੋ ਜਿਹਾ ਮਹਾਰਾਜਾ ਕੋਈ ਨਹੀਂ ਹੋਇਆ। ਸੋ ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਆਪਦਾ ਫਰਜ਼ ਸਮਝਿਆ ਕਿ ਮੈਂ ਅੱਜ ਆਵਾਂ ਤੇ ਮੈਂ ਸ਼ੋਅ ਕਰਾਂ ਸਪੋਰਟ ਇੰਡੀਆ ਦੇ ਫਾਰਮਰਾਂ ਦੇ ਨਾਲ ਤੇ ਇੱਥੋਂ ਦੇ ਫਾਰਮਰਾਂ ਦੇ ਨਾਲ, ਤਾਂ ਕਿ ਉਹਨਾਂ ਨੂੰ ਆਪਦਾ ਹੱਕ ਮਿਲ ਸਕੇ। 1906 ਦੇ ਵਿੱਚ
ਭਗਤ ਸਿੰਘ ਸ਼ਹੀਦ ਹੋਣਾ ਦੇ ਫੋਰ ਫਾਦਰਸ ਨੇ ਇਹ ਜੀ ਪ੍ਰੋਟੈਸਟ ਕੀਤੀ ਸੀ। ਓਏ ਉਦੋਂ ਗੋਰਿਆਂ ਦਾ ਰਾਜ ਸੀ, ਉਦੋਂ ਉਹਨਾਂ ਨੂੰ ਮਿਲਿਆ ਇਨਸਾਫ ਮਿਲਿਆ। ਤਾਂ ਅੱਜ ਬਈ ਕੀ ਗੱਲ ਕਾਲੀ ਸਰਕਾਰ ਜੋ ਕਾਲੇ ਕਾਨੂੰਨ ਬਣਾਏ ਆ ਉਹਨਾਂ ਨੂੰ ਵਾਪਸ ਲੈਣ ਤੇ ਕਿਉਂ ਅੜੀ ਹੋਈ ਆ? ਸੋ ਮੈਂ ਦਰਖਾਸਤ ਕਰਦਾ ਕਿ ਇਸ ਗੱਲ ਤੇ ਗੌਰ ਕੀਤੀ ਜਾਵੇ। ਜਿੰਨਾ ਚਿਰ ਨਹੀਂ ਗੌਰ ਕੀਤੀ ਜਾਂਦੀ ਅਸੀਂ ਇਸੇ ਤਰ੍ਹਾਂ ਮੈਦਾਨ ਦੇ ਵਿੱਚ ਡਟੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਦ ਰੱਖਿਓ, ਆਉਣ ਵਾਲਾ ਜਦੋਂ ਇਤਿਹਾਸ ਲਿਖਿਆ ਜਾਣਾ ਹੈ, ਇਸ ਸ਼ਹਿਰ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਊਗਾ ਕਿ ਜਦੋਂ ਕੋਈ ਇਹ ਕਿਸਾਨਾਂ ਦਾ ਸੰਘਰਸ਼ ਉੱਠਿਆ ਸੀ ਤਾਂ ਇੱਥੋਂ ਸਭ ਤੋਂ ਜ਼ਿਆਦਾ ਸਟਰੋਂਗ ਆਵਾਜ਼ ਉੱਠੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਦਿਲੋਂ ਧੰਨਵਾਦੀ ਹਾਂ ਸਾਰੇ ਐਵਰ ਸਪੋਰਟ ਦੀ ਕਮਿਊਨਿਟੀ ਦਾ, ਮਿਸ਼ਨ ਦੀ ਕਮਿਊਨਿਟੀ ਦਾ, ਸਰੀ ਦੀ ਕਮਿਊਨਿਟੀ ਦਾ, ਵੈਨਕੂਵਰ ਦੀ ਕਮਿਊਨਿਟੀ ਦਾ ਔਰ ਚਿਲਾਬੈਕ ਦੇ ਸਾਰੇ ਫਾਰਮਰਾਂ ਦਾ। ਤੁਸੀਂ ਇੱਕ ਵਾਰੀ ਦੱਸ ਦਿੱਤਾ ਕਿ ਅਸੀਂ ਸ਼ਾਂਤਮਈ ਢੰਗ ਦੇ ਨਾਲ ਇਹ ਰੈਲੀ ਕੱਢ ਸਕਦੇ ਹਾਂ। ਸਾਡੇ ਮੈਂਬਰ ਆਫ ਪਾਰਲੀਮੈਂਟ, ਸਿਟੀ ਕੌਂਸਲਰ, ਮੈਂ ਕੱਲੇ ਦਾ ਧੰਨਵਾਦ ਕਰਦਾ। ਸਰੀ ਵਾਲੀ ਸਾਰੀ ਸਾਧ ਸੰਗਤ ਦਾ ਬਹੁਤ ਧੰਨਵਾਦ ਆ। ਬਾਕੀ ਮੈਂ ਨਾਰਾ ਲਾਉਂਗਾ ਇੱਕ ਵਾਰੀ ਜੋਸ਼ ਦੇ ਨਾਲ, 12 ਵਜੇ ਇੱਥੋਂ ਹੁਣ ਰੈਲੀ ਤੁਰਨੀ ਆ। ਬਲੇ ਸੋਨਿਹਾ। Please subscribe our channel and press the bell icon ताकि कोई भी नवी अपडेट तुसी मिस ना करो।